ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਸੂਹੀ ਮਹੱਲਾ ਪਹਿਲਾ। ਮੇਰਾ ਮਨ ਰਤਾ ਗੁਣ ਰਵੈ, ਮਨ ਭਾਵੈ ਸੋਈ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਮੇਰਾ ਮਨ ਰਤਾ ਗੁਣ ਗਰਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੋਗੀ ਅਟਲ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪਹਿਲਾ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਸੂਹੀ ਰਾਗ ਦੇ ਵਿੱਚ ਛੰਦ ਸ਼ਬਦ ਚੱਲ ਰਹੇ ਹਨ। ਜੋ ਸਭ ਤੋਂ ਮਹਿੰਗੀ ਬਾਣੀ ਹੈ ਉਹ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਹੈ। ਆਓ ਪਿਆਰ ਸਤਿਕਾਰ ਦੇ ਨਾਲ ਬਾਣੀ ਦੀ ਕਥਾ ਸੁਣੀਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮੇਰਾ ਮਨ ਰਤਾ ਗੁਣ ਰਵੈ। ਮੇਰਾ ਮਨ ਭਾਵ ਹਿਰਦਾ ਗੁਰਾਂ ਦੇ ਉਪਦੇਸ਼ ਜਾਂ ਪ੍ਰੇਮ ਰੰਗ ਦੇ ਵਿੱਚ ਰਤਿਆ ਹੋਇਆ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦਾ ਹੈ। ਮਨ ਭਾਵੈ ਸੋਈ। ਅਤੇ ਮੇਰੇ ਮਨ ਹਿਰਦੇ ਵਿੱਚ ਵੀ ਉਹੀ ਪਰਮੇਸ਼ਰ ਭਾਉਂਦਾ ਪ੍ਰਕਾਸ਼ਦਾ ਹੈ। ਗੁਰ ਕੀ ਪੌੜੀ ਸਾਚ ਕੀ। ਪੂਰੇ ਸਤਿਗੁਰਾਂ ਦੀ ਭਗਤੀ ਭੂਮਿਕਾ ਰੂਪ ਪੌੜੀ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਜਾਂ ਸੱਚੇ ਬ੍ਰਹਮ ਦੀ ਪ੍ਰਾਪਤੀ ਰੂਪ ਮੰਦਰ 'ਤੇ ਚਾੜ੍ਹਨ ਵਾਸਤੇ ਹੈ। ਸਾਚਾ ਸੁਖ ਹੋਈ। ਜਿਸ ਕਰਕੇ ਸੱਚਾ ਆਤਮਿਕ ਸੁਖ, ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਸੁਖ ਸਹਿਜ ਆਵੈ ਸਾਚ ਭਾਵੈ। ਜਿਨ੍ਹਾਂ ਨੂੰ ਆਤਮਿਕ ਸੁਖ ਅਤੇ ਸ਼ਾਂਤੀ ਆਦਿ ਗੁਣ ਆ ਕੇ ਪ੍ਰਾਪਤ ਹੁੰਦੇ ਹਨ, ਉਹ ਸੱਚੇ ਨੂੰ ਭਾ ਜਾਂਦੇ ਨੇ। ਸਾਚ ਕੀ ਮਤ ਕਿਉ ਟਲੈ। ਉਹਨਾਂ ਦੀ ਸੱਚ ਦੀ ਪ੍ਰਾਪਤੀ ਵਾਲੀ ਮਤ ਕਿਸ ਪ੍ਰਕਾਰ ਟਲ ਸਕਦੀ ਹੈ? ਭਾਵ ਨਹੀਂ ਟਲ ਸਕਦੀ, ਸਦਾ ਬ੍ਰਹਮਾਕਾਰੀ ਹੋਈ ਰਹਿੰਦੀ ਹੈ। ਜਾਂ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਵਾਲੀ
ਗੁਰ ਸਿੱਖਿਆ ਆਤਮਾ ਆਨੰਦ ਰੂਪੀ ਫਲ ਦਿੱਤੇ ਬਗੈਰ ਕਿਸ ਪ੍ਰਕਾਰ ਟਲ ਸਕਦੀ ਹੈ, ਭਾਵ ਨਹੀਂ ਟਲ ਸਕਦੀ। ਇਸ਼ਨਾਨ ਦਾਨ ਸੁਗਿਆਨ ਮੱਜਨ, ਤੀਰਥਾਂ ਦੇ ਇਸ਼ਨਾਨ ਨਾਲ ਲੋਕ ਦਿਖਾਵੇ ਦੀ ਵਡਿਆਈ ਵਾਸਤੇ ਕੀਤੇ ਦਾਨ ਅਤੇ ਚੰਗੇ ਗਿਆਨ, ਸ਼ਾਸਤਰਾਂ ਗਿਆਨ, ਮੱਜਨ ਪੁਰਬਾਂ ਦੇ ਸਮੇਂ ਇਸ਼ਨਾਨ ਆਦਿਕ ਇਹਨਾਂ ਯਤਨਾਂ ਨੂੰ ਕਰਕੇ ਆਪ ਛਲਿਓ ਕਿਉਂ ਛਲੈ। ਜੋ ਪਰਮੇਸ਼ਰ ਆਪ ਛਲਣ ਤੋਂ ਰਹਿਤ ਹੈ, ਉਹ ਕਿਵੇਂ ਛਲਿਆ ਜਾ ਸਕਦਾ ਹੈ, ਭਾਵ ਨਹੀਂ ਛਲਿਆ ਜਾ ਸਕਦਾ। ਇਹਨਾਂ ਯਤਨਾਂ ਕਰਕੇ ਉਹ ਪਰਮੇਸ਼ਰ ਕਿਵੇਂ ਛਲਿਆ ਜਾ ਸਕਦਾ ਹੈ, ਜੋ ਆਪ ਛਲਣ ਤੋਂ ਰਹਿਤ ਅਛਲ ਸਰੂਪ ਹੈ। ਪਰਵੰਚ ਮੋਹ ਵਿਕਾਰ ਥਾਕੇ, ਮੇਰੇ ਹਿਰਦੇ ਵਿੱਚ ਗੁਰਾਂ ਦੀ ਕਿਰਪਾ ਸਦਕਾ ਪਰਪੰਚ ਛਲ, ਸਰੀਰ ਦਾ ਮੋਹ ਅਤੇ ਕਾਮ ਆਦਿਕ ਵਿਕਾਰ ਥੱਕ ਗਏ। ਕੂੜ ਕਪਟ ਨ ਦੋਈ, ਤੇ ਝੂਠ ਤੇ ਕਪਟ ਇਹ ਦੋਨੋਂ ਵੀ ਨਹੀਂ ਰਹੇ, ਜਾਂ ਕੂੜ ਕਪਟ ਤੇ ਦਵੈਤ ਇਹ ਵੀ ਨਹੀਂ ਰਹੇ। ਮੇਰਾ ਮਨ ਰਾਤਾਂ ਗੁਣ ਰਵੈ, ਇਸ ਕਰਕੇ ਮੇਰਾ ਜੋ ਮਨ ਹਿਰਦਾ ਹੈ ਗੁਰਾਂ ਦੇ ਉਪਦੇਸ਼ ਜਾਂ ਪ੍ਰੇਮ ਰੰਗ ਵਿੱਚ ਰਚਿਆ ਹੋਇਆ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦਾ ਹੈ। ਮਨ ਭਾਵੈ ਸੋਈ, ਅਤੇ ਮੇਰੇ ਮਨ ਦੇ ਵਿੱਚ ਉਹੀ ਪਰਮੇਸ਼ਰ ਭਾਉਂਦਾ ਹੈ, ਚੰਗਾ ਲੱਗਦਾ ਹੈ। ਸਾਹਿਬਾ ਸੋ ਸਾਲਾਹੀਆ, ਉਸ ਮਾਲਕ ਪਰਮੇਸ਼ਰ ਨੂੰ ਸਲਾਹੁਣਾ ਕਰੀਏ, ਜਿਨ ਕਾਰਨ ਕੀਆ, ਜਿਸ ਨੇ ਜਗਤ ਨੂੰ ਪੈਦਾ ਕਰਨ ਦਾ ਕਾਰਜ ਕੀਤਾ ਹੈ। ਮੈਲ ਲਾਗੀ ਮਨ ਮੈਲਿਆ, ਮਨ ਨੂੰ ਪਾਪਾਂ ਵਿਸ਼ੇ ਵਿਕਾਰ ਅਵਿਦਿਆ ਰੂਪੀ ਮੈਲ ਲੱਗੀ ਹੋਈ ਹੈ। ਕਿਨ ਅੰਮ੍ਰਿਤ ਪੀਆ, ਇਸ ਕਰਕੇ ਮਨ ਮਲੀਨ ਹੈ, ਪਰੰਤੂ ਕਿਸੇ ਵਿਰਲੇ ਗੁਰਮੁਖ ਨੇ ਹੀ ਗੁਰਾਂ ਦੁਆਰਾ ਪਾਪਾਂ ਵਿਕਾਰਾਂ ਅਵਿਦਿਆ ਦੀ ਮੈਲ ਨੂੰ ਧੋ ਕੇ ਨਾਮ ਅੰਮ੍ਰਿਤ ਪੀਣਾ ਕੀਤਾ ਹੈ। ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ, ਸੋ ਵਿਚਾਰ ਕਰਕੇ ਨਾਮ ਗਿਆਨ ਬ੍ਰਹਮਾਨੰਦ ਰੂਪੀ ਅੰਮ੍ਰਿਤ ਪੀਤਾ ਹੈ। ਇਹੋ ਮਨ ਦੀਆ ਤਾਂ ਪੀਤਾ ਹੈ ਜਦ ਇਹ ਮਨ ਗੁਰਾਂ ਨੂੰ ਅਰਪਣ ਕਰ ਦਿੱਤਾ। ਜਿਵੇਂ ਪੰਜ ਪਿਆਰੇ ਸਾਹਿਬਾਨਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ, ਗੁਰੂ ਸਾਹਿਬ ਨੇ ਜਦ ਸੀਸ ਦੀ ਮੰਗ ਕੀਤੀ ਤਾਂ ਮੇਰੇ ਵਰਗਾ ਹੁੰਦਾ ਤੇ ਉਹਨੇ ਸੋਚਣ ਬੈਠ ਜਾਣਾ ਸੀ ਕਿ ਸੀਸ ਕਿਉਂ ਦੇਣਾ ਹੈ, ਇਹਦਾ ਕੀ ਫਾਇਦਾ ਹੋਵੇਗਾ, ਤੇ ਮਹਾਰਾਜ ਸੀਸ ਕਿਉਂ ਮੰਗ ਰਹੇ ਨੇ, ਇਹਦਾ ਕੀ ਕਾਰਨ ਹੈ, ਐਵੇਂ ਸੋਚੀ ਜਾਣਾ ਸੀ। ਪਰ ਧੰਨ ਪਿਆਰੇ ਦਇਆ ਸਿੰਘ, ਧਰਮ ਸਿੰਘ ਆਦਿਕ ਉਹਨਾਂ ਨੇ ਮਨ ਦੀ ਮਨੋਤ ਨੂੰ ਛੱਡ ਦਿੱਤਾ, ਮਨ ਦੀ ਸੋਚ ਨੂੰ ਪਰੇ ਰੱਖ ਦਿੱਤਾ, ਮਨ ਵਰਤਿਆ ਨਹੀਂ। ਜਦ ਗੁਰੂ ਸਾਹਿਬ ਦਾ ਹੁਕਮ ਹੋਇਆ ਤਾਂ ਮਨ ਦੀ ਸੋਚ ਨੂੰ ਪਾਸੇ ਸੁੱਟ ਦਿੱਤਾ, ਗੁਰੂ ਦੇ ਹੁਕਮ ਅੱਗੇ ਮਨ ਨੂੰ ਨਹੀਂ ਵਰਤਿਆ, ਕਿਉਂਕਿ ਸਾਹਿਬਾਂ ਦਾ ਹੁਕਮ ਹੈ ਮਨ ਕੀ ਮਤ ਤਿਆਗੋ ਹਰਿ ਜਨ, ਇਹ ਬਾਤ ਕਠੈਨੀ। ਹੇ ਹਰੀ ਦੇ ਜਨੋ, ਜੇ ਤੁਸੀਂ ਸੱਚਮੁੱਚ ਹੀ ਹਰੀ ਦੇ ਜਨ ਹੋ ਤੇ ਮਨ ਦੀ ਮਤ ਦਾ ਤਿਆਗ ਕਰ ਦੇਵੋ। ਪਰ ਇਹ ਗੱਲ ਕਹਿਣ ਮੁਤਾਬਕ ਤਾਂ ਸੌਖੀ ਹੈ, ਕਰਨੀ ਬੜੀ ਔਖੀ ਹੈ।
ਅਸੀਂ ਗੁਰੂ ਸਾਹਿਬ ਦਾ ਉਹੀ ਹੁਕਮ ਮੰਨਦੇ ਹਾਂ ਜਿਹੜਾ ਹੁਕਮ ਸਾਡੇ ਭਲੇ ਦਾ ਹੁੰਦਾ ਹੈ। ਭਲੇ ਦਾ ਮਤਲਬ ਜੋ ਸਾਡੇ ਮੁਤਾਬਕ ਹੁੰਦਾ ਹੈ, ਜੋ ਅਸੀਂ ਚਾਹੁੰਦੇ ਹਾਂ, ਸਾਡੇ ਮੁਤਾਬਕ ਜੋ ਚੰਗਾ ਹੈ। ਬਾਕੀ ਦੇ ਹੁਕਮ ਨੂੰ ਆਪਾਂ ਇਗਨੋਰ ਕਰ ਦਿੰਦੇ ਹਾਂ ਸੋਚ ਕੇ ਕਿ ਸਾਡੇ ਫਾਇਦੇ ਵਿੱਚ ਨਹੀਂ ਜਾਵੇਗਾ। ਤਾਂ ਉੱਥੇ ਫਿਰ ਸਿੱਖੀ ਜਿਹੜੀ ਹੈ ਉਹ ਪੂਰੀ ਨਹੀਂ ਨਿਭਦੀ। ਸੋ 10 ਲੱਖ ਦੇ ਇਕੱਠ ਦੇ ਵਿੱਚੋਂ 5 ਸਿੰਘਾਂ ਨੇ ਆਪਦੀ ਮਨ ਦੀ ਮੱਤ ਨੂੰ ਤਿਆਗਿਆ ਅਤੇ ਗੁਰੂ ਸਾਹਿਬ ਦੀ ਮੱਤ ਨੂੰ ਗ੍ਰਹਿਣ ਕਰ ਲਿਆ। ਜਦ ਸੀਸ ਆ ਕੇ ਅਰਪਣ ਕੀਤਾ, ਬੇਨਤੀ ਕੀਤੀ, ਮਹਾਰਾਜ ਸੀਸ ਹਾਜ਼ਰ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿ ਤੂੰ ਸੀਸ ਕਿਉਂ ਦੇਣ ਲੱਗਾ ਹੈ? ਕੋਈ ਸਰੀਰ ਨੂੰ ਕੋਈ ਬਿਮਾਰੀ ਆਦਿਕ ਤਾਂ ਨਹੀਂ, ਕੋਈ ਘਰ ਦੀ ਮੁਸ਼ਕਲ ਤਾਂ ਨਹੀਂ, ਕੋਈ ਹੋਰ ਕਿਸੇ ਪ੍ਰਕਾਰ ਦੀ ਕੋਈ ਵਿਪਤਾ ਜਿਸ ਕਰਕੇ ਇਨਸਾਨ ਖੁਦਕੁਸ਼ੀ ਕਰਨੀ ਚਾਹੁੰਦਾ ਹੈ ਕਿ ਸਰੀਰ ਸਮਾਪਤੀ ਹੋ ਜਾਏ ਤਾਂ ਚੰਗਾ। ਕਹਿੰਦਾ ਜੀ ਨਹੀਂ ਮਹਾਰਾਜ, ਐਸੀ ਕੋਈ ਗੱਲ ਨਹੀਂ ਹੈ, ਮੇਰਾ ਸਰੀਰ ਤੰਦਰੁਸਤ ਹੈ। ਅੰਗ ਪ੍ਰਤੰਗ ਮਹਾਰਾਜ ਨੇ ਦੇਖੇ, ਸਾਰੇ ਅੰਗ ਪੂਰੇ ਹਨ। ਕਹਿੰਦੇ ਜੀ ਕੋਈ ਘਰ ਦੀ ਮੁਸ਼ਕਿਲ ਵੀ ਨਹੀਂ ਹੈ। ਫਿਰ ਤੂੰ ਸੀਸ ਕਿਉਂ ਦੇਣਾ ਚਾਹੁੰਦਾ ਹੈ? ਮਰਨਾ ਕਿਉਂ ਚਾਹੁੰਦਾ ਹੈ? ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ। ਆਪ ਜੀ ਨੇ ਹੁਕਮ ਕੀਤਾ ਹੈ ਕਿ ਸੀਸ ਦਿਓ। ਇਹ ਮੇਰੀ ਗਲਤੀ ਹੈ ਕਿ ਮੈਂ ਆਪ ਜੀ ਦਾ ਪਹਿਲਾ ਬਚਨ ਨਹੀਂ ਮੰਨ ਸਕਿਆ। ਉੱਠਣਾ ਮੈਨੂੰ ਪਹਿਲੇ ਬਚਨ ਦੇ ਚਾਹੀਦਾ ਸੀ, ਫਿਰ ਤੁਹਾਡਾ ਦੂਜਾ ਬਚਨ ਵੀ ਖਾਲੀ ਗਿਆ। ਮੈਂ ਆਪਦੇ ਤੀਸਰੇ ਬਚਨ 'ਤੇ ਉੱਠਿਆ ਹਾਂ ਜਦ ਤੁਸੀਂ ਤੀਸਰੀ ਵਾਰ ਆਖਿਆ ਹੈ। ਇਹ ਮੇਰੀ ਗਲਤੀ ਹੈ। ਸੀਸ ਦਾ ਉਸੇ ਦਿਨ ਤੋਂ ਹੀ ਆਪ ਜੀ ਦਾ ਹੋ ਗਿਆ ਜਿਸ ਦਿਨ ਤੋਂ ਆਪਾਂ ਗੁਰੂ ਘਰ ਆਏ। ਮਾਤਾ ਪਿਤਾ ਨੇ ਆਪਦੇ ਚਰਨਾਂ ਵਿੱਚ ਭੇਟਾ ਕੀਤਾ, ਉਸੇ ਦਿਨ ਤੋਂ ਹੀ ਸੀਸ ਆਪ ਜੀ ਦਾ ਹੈ। ਪਰ ਇਹ ਮੈਂ ਆਪ ਜੀ ਦਾ ਤੀਜਾ ਬਚਨ ਮੰਨ ਕੇ ਉੱਠਿਆ, ਇਸ ਲਈ ਕਿਰਪਾ ਕਰਕੇ ਖਿਮਾ ਕਰੋ। ਆਪ ਦਾ ਹੁਕਮ ਹੈ ਸੀਸ ਲੈਣਾ ਹੈ ਤਾਂ ਆਪ ਦੇ ਹੁਕਮ ਮੁਤਾਬਕ ਸੀਸ ਭੇਟਾ ਕਰਨ ਉੱਠਿਆ ਹਾਂ। ਇਹੋ ਮੰਨਦੀ ਆ। ਜਦ ਇਹ ਮਨ ਗੁਰਾਂ ਨੂੰ ਭੇਟਾ ਕਰ ਦਿੱਤਾ, ਮਤਲਬ ਮਨ ਦੀ ਸੋਚ ਛੱਡ ਦਿੱਤੀ, ਅਤੇ ਫਿਰ ਤਨ ਵੀ ਮਹਾਰਾਜ ਦੇ ਸਾਹਮਣੇ ਰੱਖ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਬਾਈਐ। ਫਿਰ ਵਿਚਾਰ ਕੇ ਗੁਰਾਂ ਤੋਂ ਨਾਮ ਦਾ, ਗਿਆਨ ਦਾ, ਬ੍ਰਹਮਾਨੰਦ ਦਾ ਅਤੇ ਪ੍ਰਤੱਖ ਜੋ ਖੰਡੇ ਬਾਟੇ ਦਾ ਅੰਮ੍ਰਿਤ ਹੈ, ਇਹ ਵੀ ਨਾਮ ਬ੍ਰਹਮ ਗਿਆਨ ਬਾਣੀ ਪੜ੍ਹ ਕੇ ਹੀ ਤਿਆਰ ਹੁੰਦਾ। 5 ਬਾਣੀਆਂ ਪੜ੍ਹ ਕੇ ਗੁਰੂ ਸਾਹਿਬਾਨ ਨੇ ਤਿਆਰ ਕੀਤਾ। ਇਉਂ ਪ੍ਰਤੱਖ ਖੰਡੇ ਬਾਟੇ ਦਾ ਅੰਮ੍ਰਿਤ ਪੀਤਾ। ਫਿਰ ਨਾਮ ਗਿਆਨ ਅਤੇ ਬ੍ਰਹਮਾਨੰਦ ਦਾ ਅੰਮ੍ਰਿਤ ਪੀਣਾ ਕੀਤਾ। ਗੁਰ ਬਹਿ ਮੋਲ ਕਰਾਇਆ, ਜਦ ਗੁਰਾਂ ਦੇ ਕੋਲ ਮੁੱਲ ਕਰਾਇਆ, ਮਤਲਬ ਗੁਰਾਂ ਨੇ ਕਿਹਾ ਕਿ ਮਨ ਮੈਨੂੰ ਦੇ, ਮਨ ਦੀ ਮਨੌਤ ਛੱਡ ਦੇ, ਮੈਨੂੰ ਸਿਰ ਦੇ, ਮੈਂ ਤੈਨੂੰ ਸਿਰ ਵੱਟੇ ਨਾਮ ਦਿਆਂਗਾ ਅਤੇ ਅੰਮ੍ਰਿਤ ਦਿਆਂਗਾ। ਇਉਂ ਗੁਰਾਂ ਦੇ ਕੋਲ ਮੁੱਲ ਕਰਾਇਆ। ਗੁਰਾਂ ਨੇ ਕਿਹਾ ਕਿ ਮਨ ਸਿਰ ਵੱਟੇ ਨਾਮ ਨਾਮੀ ਮਿਲਦਾ ਹੈ, ਤਾਂ ਹੀ ਮਨ ਗੁਰਾਂ ਨੂੰ ਅਰਪਣ ਕਰ ਦਿੱਤਾ। ਵੈਸੇ 5 ਪਿਆਰਿਆਂ ਨੂੰ ਪਤਾ ਨਹੀਂ ਸੀ
ਵੀ ਕੀ ਹੋਣਾ ਹੈ ਅੱਗੇ। ਬਸ ਉਹ ਮਹਾਰਾਜ ਨੇ ਆਖਿਆ ਵੀ ਸਿਰ ਚਾਹੀਦਾ, ਸਿਰ ਦੇ ਦਿੱਤਾ। ਅੱਗੇ ਗੁਰੂ ਸਾਹਿਬ ਦੀ ਮੌਜ ਹੈ ਵੀ ਉਹਨਾਂ ਨਾਮ ਦੇਣਾ ਹੈ, ਅੰਮ੍ਰਿਤ ਦੇਣਾ ਹੈ, ਬ੍ਰਹਮ ਗਿਆਨ ਦੇਣਾ, ਮੁਕਤੀ ਦੇਣੀ, ਜੋ ਮਰਜ਼ੀ ਅੱਗੇ ਗੁਰੂ ਸਾਹਿਬ ਦੀ ਮੌਜ ਹੈ। ਪਰ ਸਿੰਘਾਂ ਨੇ ਆਪ ਦਾ ਫਰਜ਼ ਨਿਭਾਇਆ। ਉਹਨਾਂ ਨਹੀਂ ਸੋਚਿਆ ਵੀ ਸਾਨੂੰ ਸਿਰ ਦੇ ਕੇ ਕੁਛ ਮਿਲੇਗਾ। ਨਿਸ਼ਕਾਮਤਾ ਦੇ ਨਾਲ ਭੇਟਾ ਕੀਤਾ। ਤੇ ਹੁਣ ਤਾਂ ਆਪਾਂ ਨੂੰ ਪਤਾ ਲੱਗ ਗਿਆ, ਜਿਵੇਂ ਪੰਜਾਂ ਪਿਆਰਿਆਂ ਤੋਂ ਬਾਅਦ 5 ਹੋਰ ਉੱਠ ਖਲੋਤੇ। ਮਹਾਰਾਜ ਨੇ ਜਦ ਤਲਵਾਰ ਮਿਆਨ 'ਚ ਪਾ ਲਈ ਤੇ ਉਹ 5 ਕਹਿਣ ਲੱਗੇ, ਮਹਾਰਾਜ ਵੀ ਤੁਸੀਂ 6ਵੀਂ ਵਾਰ ਤਲਵਾਰ ਲੈ ਕੇ ਆਏ ਨਹੀਂ, ਸੀਸ ਤਾਂ ਆਪਾਂ ਵੀ ਦੇਣ ਨੂੰ ਤਿਆਰ ਖੜੇ ਹਾਂ, ਲਓ ਸਾਡਾ ਸੀਸ ਲਓ ਜੀ। 5 ਹੋਰ ਤਿਆਰ ਹੋ ਗਏ। 5 ਤਾਂ ਪਿਆਰੇ ਤੇ ਉਹ 5 ਮੁਕਤੇ ਬਣੇ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਵੀ ਸ਼ਾਬਾਸ਼ ਮੇਰੇ ਬੱਚਿਓ, ਸ਼ਾਬਾਸ਼, ਮੈਂ ਬਸ 5 ਸਿਰ ਲੈਣੇ ਸੀਗੇ, ਤੁਹਾਡਾ ਧੰਨਵਾਦ, ਤੁਹਾਨੂੰ ਸ਼ਾਬਾਸ਼, ਬੈਠ ਜਾਓ, ਤੁਹਾਨੂੰ ਹੀ ਅੰਮ੍ਰਿਤ ਛਕਾਉਂਦੇ ਆ, ਹੁਣ ਮੁਫਤ ਮਿਲੂਗਾ। ਇਹਨਾਂ ਮੁੱਲ ਤਾਰਤਾ ਪੰਜਾਂ ਨੇ, ਸਿੱਖੀ ਪਾਸ ਕਰਾਤੀ, ਹੁਣ ਸਾਰਿਆਂ ਨੂੰ ਮੁਫਤ ਮਿਲੂਗਾ। ਇਉਂ ਸਾਹਿਬਾਂ ਨੇ 5 ਮੁਕਤਿਆਂ ਨੂੰ ਅੰਮ੍ਰਿਤ ਛਕਾਇਆ। ਫਿਰ ਸਾਹਿਬਜ਼ਾਦਿਆਂ ਨੂੰ ਆਪ ਵੀ ਛਕਿਆ, ਸਭਨਾਂ ਨੂੰ ਅੰਮ੍ਰਿਤ ਪਾਨ ਕਰਾਇਆ। ਇਉਂ 5 ਦੇ ਚਰਨਾਂ ਵਿਦਲੇ ਸਾਨੂੰ ਮਹਾਰਾਜ ਨੇ ਊਂ ਹੀ ਬਖਸ਼ ਲਿਆ। ਉਹ ਮੁੱਲ ਕਰਾਤਾ ਵੀ ਜੇ ਅੰਮ੍ਰਿਤ ਛਕਣਾ ਹੈ ਤੇ ਜਦੋਂ ਲੋੜ ਪਵੇ ਸਿਰ ਗੁਰੂ ਕਾ ਸਮਝਣਾ ਤੇ ਪੰਥ ਨੂੰ ਹਾਜ਼ਰ ਕਰਨਾ ਹੈ। ਸੋ ਇਸੇ ਪ੍ਰਕਾਰ ਜਿਹੜਾ ਅੰਤਰੀਵ ਅੰਤਸ਼ਕਰਨ ਰੂਪੀ ਮੁਖ ਹੈ, ਉਹ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟਾ ਰੱਖਣ ਤੋਂ ਮਹਾਰਾਜ ਦੇ ਨਾਮ ਦੀ, ਗਿਆਨ ਦੀ ਦਾਤ ਮਿਲਦੀ ਹੈ। ਕਿਉਂ ਸੀਸ ਤਾਂ ਸਿਰ ਤਾਂ ਦੇਣਾ ਹੀ ਪੈਂਦਾ, ਹੰਕਾਰ ਰੂਪੀ ਸਿਰ ਦੇਣਾ ਪੈਂਦਾ ਹੈ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਸੋ ਇਸ ਤਰੀਕੇ ਨਾਲ ਮਹਾਰਾਜ ਨੇ ਮੁੱਲ ਕਰਾ ਦਿੱਤਾ ਕਿ ਹੰਕਾਰ ਰੂਪੀ ਸਿਰ, ਪ੍ਰਤੱਖ ਸਿਰ ਜਾਂ ਮਨ ਦੀ ਮਨੋਤ ਨੂੰ ਤਿਆਗ ਕੇ ਫਿਰ ਤੁਸੀਂ ਸਾਡੇ ਪਾਸ ਆਵੋ। ਇਸੇ ਪ੍ਰਕਾਰ ਮਾਥੇ ਅੰਮ੍ਰਿਤ ਪੀਆ, ਜਦ ਵਿਚਾਰ ਨਿਰਣਾ ਕਰਕੇ ਨਾਮ ਰੂਪ ਅੰਮ੍ਰਿਤ ਪੀਣਾ ਕੀਤਾ, ਇਹੋ ਮਨ ਦਿਆ, ਤਾਂ ਗੁਰਾਂ ਦੀ ਸੇਵਾ ਦੇ ਵਿੱਚ ਇਹ ਮਨ ਦੇ ਦਿੱਤਾ। ਮਨ ਦੇਣ ਤੋਂ ਬਾਅਦ ਹੀ ਨਿਮਰਤਾ ਦੇ ਨਾਲ ਸੇਵਾ ਦਾ ਭਾਵ ਨਿਮਰਤਾ ਹੈ। ਮਨ ਨੂੰ ਨੀਵਾਂ ਕਰਕੇ ਸੇਵਾ ਕਰਨੀ। ਸੋ ਇਹ ਮਨ ਦੇ ਦਿੱਤਾ। ਗੁਰ ਪਹਿ ਮੋਲ ਕਰਾਇਆ, ਅਤੇ ਗੁਰਾਂ ਪਾਸੋਂ ਆਤਮਕ ਆਨੰਦ ਦਾ ਮੁੱਲ ਕਰਾਇਆ। ਜਾਂ ਤਤ ਪਦ ਤੇ ਤਵੰਗ ਪਦ ਦੇ ਲੱਖ ਅਰਥ ਦਾ ਪ੍ਰਾਪਤੀ ਨੂੰ ਮੁੱਲ ਕਰਾਇਆ। ਤਾਂ ਤਤ ਪਦ ਤੇ ਤਵੰਗ ਪਦ ਨੂੰ ਸੰਸ਼ੋਧਨ ਕਰਕੇ ਅਸਪਦ ਵਿੱਚ ਟਿਕਣਾ ਪਾਇਆ ਹੈ। ਆਪਨੜਾ ਪ੍ਰਭ ਸਹਿਜ ਪਛਾਤਾ, ਸੋ ਆਪਣਾ ਪਰਮੇਸ਼ਰ ਸੁਤੇ ਸਿੱਧ ਜਾਂ ਗਿਆਨ ਦੁਆਰਾ ਪਹਿਚਾਨ ਲਿਆ। ਇਸੇ ਪ੍ਰਕਾਰ ਆਪਨੜਾ ਪ੍ਰਭ ਸਹਿਜ ਪਛਾਤਾ, ਉਸਨੇ ਆਪਣੇ ਪਰਮੇਸ਼ਰ ਨੂੰ ਸੁਤੇ ਸਿੱਧ ਸਹਿਜੇ ਪਹਿਚਾਣਿਆ ਹੈ। ਜਾਂ ਮਨ ਸਾਚਾ ਲਾਇਆ, ਜਦ ਮਨ ਸੱਚੇ ਨਾਮ ਪਰਮੇਸ਼ਰ ਚਲਾਉਣਾ ਕੀਤਾ, ਜਾਂ ਜਿਹਨੇ ਮਨ ਸੱਚੇ ਪਰਮੇਸ਼ਰ ਦੇ ਨਾਮ ਚਲਾਉਣਾ ਕੀਤਾ, ਉਹਨੇ ਆਪਣੇ ਪਰਮੇਸ਼ਰ ਨੂੰ ਸੁਤੇ ਸਿੱਧ ਪਹਿਚਾਣਿਆ ਹੈ। ਤਿਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ, ਜੇਕਰ ਤਿਸ ਗੁਰਾਂ ਨੂੰ ਭਾ ਜਾਵਾਂ ਤਾਂ ਹੀ ਤਿੰਨਾਂ ਗੁਰਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਾਂ। ਕਿਉਂ ਮਿਲੈ ਹੋਏ ਪਰਾਇਆ, ਜੋ ਇਹ ਮਨ ਹੈ ਬੇਗਾਨੇ ਪਦਾਰਥਾਂ ਜਾਂ ਦੇਵੀ ਦੇਵਤਿਆਂ ਦਾ ਹੋ ਬੈਠਾ ਹੈ।
ਇਸ ਲਈ ਆਪ ਕਿਵੇਂ ਪਰਮੇਸ਼ਰ ਨੂੰ ਮਿਲ ਸਕਦਾ, ਭਾਵ ਨਹੀਂ ਮਿਲ ਸਕਦਾ ਹੈ। ਸੋ ਇਸੇ ਪ੍ਰਕਾਰ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾ। ਸੋ ਜੇਕਰ ਤਿਸ ਵਾਹਿਗੁਰੂ ਨੂੰ ਭਾ ਜਾਈਏ ਤੇ ਉਸ ਦੀ ਕਿਰਪਾ ਸਦਕਾ ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਉਸ ਦੇ ਗੁਣ ਗਾਈਏ, ਤਦ ਹੀ ਉਹਦੇ ਸੱਚ ਸਰੂਪ ਦੇ ਨਾਲ ਮਿਲਾਪ ਹੋ ਸਕਦਾ ਹੈ। ਕਿਉਂ ਮਿਲੈ ਹੋਈ ਪਰਾਇਆ, ਵਾਹਿਗੁਰੂ ਤਾਂ ਪ੍ਰੇਮ ਵਸ ਹੋ ਕੇ ਪਰਾਏ ਹੋਰਨਾਂ ਭਗਤਾਂ ਦਾ ਹੋ ਗਿਆ ਹੈ, ਮੈਨੂੰ ਕਿਵੇਂ ਮਿਲੇਗਾ। ਪਰ ਜੇਕਰ ਉਸ ਵਾਹਿਗੁਰੂ ਨੂੰ ਭਾ ਜਾਈਏ ਕਿ ਉਹਦੀ ਕਿਰਪਾ ਸਦਕਾ ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਉਹਦੇ ਗੁਣ ਗਾਈਏ, ਤਾਂ ਹੀ ਉਹਦੇ ਸੱਚ ਰੂਪ ਨਾਲ ਮਿਲਾਪ ਹੋ ਸਕਦਾ ਹੈ। ਇਸੇ ਪ੍ਰਕਾਰ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾ। ਉਹਦੀ ਕਿਰਪਾ ਨਾਲ ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਉਹਦੇ ਗੁਣ ਗਾਈਏ, ਤਾਂ ਉਹਦੇ ਸੱਚ ਸਰੂਪ ਨਾਲ ਮਿਲਾਪ ਹੋ ਸਕਦਾ ਹੈ। ਕਿਉਂ ਮਿਲੈ ਹੋਈ ਪਰਾਇਆ, ਜੋ ਪਰਮੇਸ਼ਰ ਪ੍ਰੇਮ ਵਸ ਹੋ ਕੇ ਪਰਾਏ ਹੋਰਨਾਂ ਭਗਤਾਂ ਦਾ ਹੋਇਆ ਹੈ, ਉਹਨੂੰ ਕਿਸ ਪ੍ਰਕਾਰ ਮਿਲੇ। ਇੰਨੀ ਪੰਕਤੀ ਪ੍ਰਸ਼ਨ ਰੂਪ ਹੈ। ਇਹਦਾ ਉੱਤਰ ਇਹ ਹੈ ਕਿ ਜਿਸ ਮਹਾਤਮਾ ਦਾ ਪਰਮੇਸ਼ਰ ਹੋਇਆ ਹੈ, ਉਸ ਮਹਾਤਮਾ ਨਾਲ ਮਿਲ ਕੇ ਪਰਮੇਸ਼ਰ ਦੇ ਗੁਣ ਗਾਈਏ ਤਾਂ ਮਿਲਦਾ ਹੈ। ਪਰ ਗੁਣ ਤਾਂ ਗਾਏ ਜਾਂਦੇ ਨੇ ਜੇਕਰ ਉਸ ਪਰਮੇਸ਼ਰ ਨੂੰ ਭਾ ਜਾਈਏ। ਸਾਹਿਬ ਸੋ ਸਾਲਾਹੀਆ, ਉਸ ਮਾਲਕ ਪਰਮੇਸ਼ਰ ਨੂੰ ਸਲਾਹੁਣਾ ਕਰੀਏ। ਜਿਨ ਜਗਤ ਉਪਾਇਆ, ਜਿਸ ਨੇ ਇਹ ਜਗਤ ਸੰਸਾਰ ਨੂੰ ਪੈਦਾ ਕੀਤਾ ਹੈ। ਆਏ ਗਿਆ ਕੀ ਨ ਆਇਓ, ਸੋ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਆ ਕੇ ਪ੍ਰਾਪਤ ਹੋ ਗਿਆ ਹੈ, ਤਾਂ ਕਿ ਕਿਹੜਾ ਪਦਾਰਥ ਨਹੀਂ ਆਇਆ ਉਹਨੂੰ ਦੱਸੋ। ਜੇ ਮਹਾਰਾਜ ਦੀ ਪ੍ਰਾਪਤੀ ਹੋ ਗਈ ਹੈ ਤਾਂ ਕਿਹੜਾ ਪਦਾਰਥ ਉਹਦੇ ਹੱਥ ਨਹੀਂ ਆਇਆ, ਸਾਰੇ ਆ ਗਏ ਨੇ। ਭਾਵ ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਪਈ ਸਿਮਰ ਸਿਮਰ ਵਿਧਾਤਾ। ਅਰਥ ਮਾਇਆ, ਧਰਮ ਜੋ ਸਿੱਖ ਧਰਮ ਹੈ, ਕਾਮ ਕਾਮਨਾਵਾਂ ਤੇ ਮੋਖ ਮੁਕਤੀ ਇਤਿਆਦਿਕ ਸਭ ਕੁਝ ਹੀ ਉਹਦੇ ਹੱਥ ਵਿੱਚ ਆ ਗਿਆ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਪਿਓ ਦਾਤੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇ ਖਰਚੇ ਰਲ ਮਿਲ ਭਾਈ, ਤੋੜ ਨਾ ਆਵੇ ਵੱਧ ਹੋ ਜਾਈ। ਕਿਉਂ ਆਵੈ ਜਾਤਾ, ਇੱਕ ਵਾਰ ਵਾਹਿਗੁਰੂ ਆ ਕੇ ਕਿਉਂ ਜਾਵੇ, ਭਾਵ ਨਹੀਂ ਜਾਂਦਾ। ਸਖੀ ਵਸ ਆਇਆ, ਇੱਕ ਵਾਰੀ ਉਹ ਵਸ ਵਿੱਚ ਆ ਗਿਆ, ਮਤਲਬ ਉਹਦੀ ਪ੍ਰਾਪਤੀ ਹੋ ਗਈ, ਫਿਰ ਛੋੜ ਨਾ ਜਾਈ। ਫਿਰ ਛੱਡ ਕੇ ਉਹ ਕਿਤੇ ਜਾਂਦਾ ਨਹੀਂ, ਆਦਾ ਵਿਛੋੜਦਾ ਹੈ ਤੇ ਨਾ ਹੀ ਕਿਤੇ ਮਰ ਕੇ ਜਾਂਦਾ। ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰਿਆ ਨਾ ਜਾਇਆ। ਅਕਾਲ ਮੂਰਤ ਪਤੀ ਰੂਪ ਦੇ ਵਿੱਚ ਜਦੋਂ ਦਾ ਪ੍ਰਾਪਤ ਹੋਇਆ, ਨਾ ਉਹ ਮਰਦਾ ਹੈ ਤੇ ਨਾ ਉਹ ਕਿਤੇ ਜਾਂਦਾ ਹੈ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਇਹ ਭਗਵੰਤ ਅਕਾਲ ਪੁਰਖ ਪਰਮਾਤਮਾ ਦੀ ਇੱਕ ਬਹੁਤ ਭਲੀ ਚੰਗੀ ਰੀਤੀ ਹੈ। ਸੋ
ਇਸੇ ਪ੍ਰਕਾਰ ਆਏ ਗਿਆ ਕਿ ਨ ਆਇਓ। ਜਦ ਪਰਮੇਸ਼ਰ ਇੱਕ ਵਾਰ ਆ ਕੇ ਮਿਲ ਗਿਆ ਤੇ ਕੀ ਨਾ ਆਇਓ, ਫਿਰ ਕੀ ਨਹੀਂ ਆਇਆ, ਮਤਲਬ ਸਭ ਕੁਛ ਹੀ ਆ ਕੇ ਪ੍ਰਾਪਤ ਹੋ ਗਿਆ। ਕਿਉਂ ਆਵੈ ਜਾਤਾ, ਉਹ ਬੰਦਾ ਫਿਰ ਕਿਵੇਂ ਆਵੇਗਾ ਦੁਨੀਆ 'ਚ ਤੇ ਜਾਵੇਗਾ ਕਿਵੇਂ? ਮਤਲਬ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਉਸ ਦਾ ਜੰਮਣਾ ਤੇ ਮਰਨਾ ਮੁੱਕ ਜਾਂਦਾ ਹੈ। ਤੇ ਜੇ ਉਹ ਮਹਾਤਮਾ ਸੰਤ ਰੂਪ ਕਰਕੇ ਆਉਂਦਾ ਹੈ ਤੇ ਮਹਾਰਾਜ ਦੇ ਹੁਕਮ 'ਚ ਆਉਂਦਾ ਹੈ, ਪਰਉਪਕਾਰ ਕਰਕੇ ਹੁਕਮ ਦੇ ਵਿੱਚ ਤੁਰ ਜਾਂਦਾ ਹੈ। ਜਿਵੇਂ ਸਮੁੰਦਰ ਦੇ ਵਿੱਚੋਂ ਨਦੀਆਂ ਅਤੇ ਨਾਲੇ ਨਿਕਲਦੇ ਨੇ, ਵਾਹਿਗੁਰੂ, ਸਮੁੰਦਰ ਦੇ ਵਿੱਚੋਂ ਪਾਣੀ ਭਾਫ ਬਣ ਕੇ ਉੱਡਦਾ ਹੈ ਤੇ ਉਹ ਬਾਰਿਸ਼ ਦੇ ਰਾਹੀਂ ਨਦੀਆਂ ਨਾਲਿਆਂ ਦੇ ਸੋਰਸ ਰਾਹੀਂ, ਨਹਿਰਾਂ ਆਦਿਕਾਂ ਦੇ ਰਾਹੀਂ, ਤੇ ਉਹ ਪਹਾੜਾ ਥਾਣੀ ਹੁੰਦਾ ਹੋਇਆ ਫਿਰ ਜਿੱਥੇ ਪਾਣੀ ਦੀ ਲੋੜ ਹੁੰਦੀ ਹੈ, ਮਾਰੂਥਲ ਇਲਾਕਿਆਂ, ਰਾਜਸਥਾਨ ਆਦਿਕ, ਉਹਨਾਂ ਦੇ ਵਿੱਚ ਦੀ ਪਰਉਪਕਾਰ ਕਰਦਾ, ਪੈਲੀਆਂ ਨੂੰ ਸਿੰਜਦਾ, ਪਾਣੀ ਦੀ ਘਾਟ ਪੂਰੀ ਕਰਦਾ, ਆਪ ਦੀ ਅਸਲੀ ਸਮੁੰਦਰ ਵਿੱਚ ਜਾ ਕੇ ਸਮਾ ਜਾਂਦਾ ਹੈ। ਨਦੀਆਂ ਅਤੇ ਵਾਹ, ਨਦੀਆਂ ਅਤੇ ਵਾੜੇ, ਪਵਹਿ ਸਮੁੰਦ, ਸਮੁੰਦਰ ਦੇ ਵਿੱਚ ਜਾ ਕੇ ਜਿਹੜੇ ਪੈ ਜਾਂਦੇ ਨੇ, ਨਾ ਜਾਣੀ ਹੈ ਉਹ ਮੁੜ ਕੇ ਜਾਣੇ ਨਹੀਂ ਜਾਂਦੇ ਕਿ ਕਿਹੜੇ ਸਨ। ਭਾਵ ਜਿਉਂ ਜਲ ਮੈਂ ਜਲਾਈ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤਿ ਕੁਰਬਾਨ। ਉਹ ਜਿਹੜੇ ਨਦੀਆਂ ਤੇ ਨਾਲੀਆਂ ਦਾ ਪਾਣੀ ਜਿਉਂ ਮੀਂਹ ਉੱਠੈ, ਗਲੀਆਂ ਨਾਲੀਆਂ ਟੋਭਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ। ਸੁਰਸਰੀ ਨਾਮ ਹੈ ਗੰਗਾ ਦਾ। ਸੁਰਸਰੀ ਮਿਲਤ ਜਾਏ ਪਵੈ ਵਿੱਚ ਸੁਰਸਰੀ, ਤੇ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਉਹ ਗੰਗਾ ਨਾਲ ਮਿਲ ਕੇ ਤੇ ਪਵਿੱਤਰ ਹੋ ਜਾਂਦਾ ਪਾਣੀ, ਉਹਦਾ ਹੀ ਰੂਪ ਬਣ ਜਾਂਦਾ। ਗੰਗਾ ਜਲ ਗੁਰੂ ਗੋਬਿੰਦ ਨਾਮ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਵਾਹਿਗੁਰੂ ਨਾਮ ਹੈ ਇਹ ਗੰਗਾ ਜਲ ਹੈ। ਗੰਗਾ ਜਲ ਦਾ ਭਾਵ ਕਿ ਪਵਿੱਤਰ ਹੈ। ਜਿਹੜਾ ਮਹਾਂਪੁਰਖ ਸੰਤ ਨਾਮ ਜਪਦਾ, ਜਪਾਉਂਦਾ, ਪਰਉਪਕਾਰ ਕਰਦਾ ਤੇ ਆਪ ਦੇ ਅਸਲੇ ਸਮੁੰਦਰ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ, ਉਹ ਨਾ ਮੁੜ ਕੇ ਆਵਣ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵੇਂਗੇ। ਨਾ ਜੰਮ ਕੇ ਆਉਂਦਾ, ਨਾ ਮਰ ਕੇ ਜਾਂਦਾ, ਉਹ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ। ਸੋ ਐਸੀ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਪ੍ਰਭੂ ਪਰਮਾਤਮਾ ਦੇ ਵਿੱਚ ਇੰਝ ਮਿਲਦਾ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। 5, 6, 7 ਅਕਤੂਬਰ ਪਿਛਲੇ ਦਿਨੀ ਬਾਬਾ ਬੁੱਢਾ ਸਾਹਿਬ ਦਾ ਜੋੜ ਮੇਲਾ ਲੰਘ ਕੇ ਗਿਆ। ਬੀੜ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਸਾਹਿਬ ਦਾ, ਜਿਨ੍ਹਾਂ 6ਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਦਾ ਤਿਲਕ ਦਿੱਤਾ। ਸਾਰੀ ਉਮਰ ਗੁਰੂ ਘਰ ਦੀਆਂ ਪੈਲੀਆਂ ਵਾਹੀਆਂ ਤੇ ਖੇਤੀ ਦਾ ਕੰਮ ਕੀਤਾ, ਗੁਰਦੁਆਰੇ ਦੇ ਭਾਂਡੇ ਮਾਂਜੇ,
ਗੁਰੂ ਸਾਹਿਬ ਦੀ ਕਿਰਪਾ ਨਾਲ, ਹੁਕਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸੁਖਾਸਨ ਦੀ ਸੇਵਾ ਕੀਤੀ। ਇਉਂ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਬਾਬਾ ਬੁੱਢਾ ਸਾਹਿਬ ਜੀ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ, ਇਹਦੇ ਚਰਨਾਂ 'ਚ ਨਿਵਾਸ ਬਖਸ਼ੋ ਅਤੇ ਮੇਰੀ ਅੰਤਮ ਕਿਰਿਆ ਆਪਦੇ ਹੱਥੀਂ ਹੋਵੇ। ਰਮਦਾਸ ਨਗਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਆ ਪਹੁੰਚੇ ਅਤੇ ਅੰਤਲੀ ਰਾਤ, ਸਾਰੀ ਰਾਤ ਗੁਰੂ ਸਾਹਿਬ ਜੀ ਬਾਬਾ ਜੀ ਦੇ ਪਾਸੋਂ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਸੁਣਦੇ ਰਹੇ। ਫਿਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬਾਬਾ ਜੀ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਚਾਦਰਾ ਲੈ ਕੇ ਧਰਤੀ 'ਤੇ ਬਿਰਾਜਮਾਨ ਹੋ ਗਏ ਅਤੇ ਮਹਾਰਾਜ ਦੇ ਵਿੱਚ ਇਕਮਿਕ ਹੋ ਗਏ। ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਾਕੈ, ਭਿੰਨ ਕਰ ਬਲਰਾਮ ਜੀਓ। ਬ੍ਰਹਮ ਜੋਤ ਵਿੱਚ ਪ੍ਰਤੱਖ ਜੋਤ ਮਿਲਾ ਦਿੱਤੀ, ਆਤਮਕ ਜੋਤ ਬਾਬਾ ਜੀ ਦੀ ਅਭੇਦ ਹੋ ਗਈ। 5, 6, 7 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਮਨਾਇਆ ਗਿਆ। 8 ਅਕਤੂਬਰ ਨੂੰ ਅਤੇ 9 ਅਕਤੂਬਰ ਨੂੰ ਸੁੱਖੇ ਜਿੰਦੇ ਇਹਨਾਂ ਗੁਰਮੁਖਾਂ ਦੀ ਬਰਸੀ ਸੀਗੀ। ਗਦਲੀ ਨਗਰ ਦੇ ਰਹਿਣ ਵਾਲੇ ਭੂਆ ਦੇ ਪੁੱਤ ਭਰਾ ਖਾਲਸਾ ਕਾਲਜ ਵਿੱਚ ਪੜ੍ਹਨ ਵਾਲੇ ਫੈਡਰੇਸ਼ਨ ਦੇ ਮੈਂਬਰ, ਅਤੇ ਮਨ ਦੇ ਵਿੱਚ ਰੋਸ ਆ ਗਿਆ ਕਿ ਜਨਰਲ ਵੈਦਿਆ ਨੇ ਗੁਰੂ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਹੈ। 4 ਜਰਨੈਲਾਂ ਦੇ ਵਿੱਚੋਂ ਇੱਕ ਇਹ ਸੀਗਾ, ਅਤੇ ਉਹਨੂੰ ਜਾ ਕੇ ਉੱਥੇ ਪੂਨੇ ਘੇਰਾ ਪਾ ਕੇ ਅਤੇ ਸੋਧ ਲਾ ਦਿੱਤਾ। ਜਿਸ ਵਕਤ ਸੋਧਿਆ ਕੁਛ ਚਿਰ ਬਾਅਦ ਪਕੜੇ ਜਾਣ ਤੋਂ ਅਤੇ ਉੱਥੇ ਪੂਨੇ ਦੀ ਜੇਲ੍ਹ ਦੇ ਵਿੱਚ ਰਹੇ ਅਤੇ ਉਹਨਾਂ ਨੂੰ ਫਾਂਸੀ 'ਤੇ ਲਾ ਕਰਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੀ ਕੁਰਬਾਨੀ ਇੱਕ ਬਹੁਤ ਮਹਾਨ ਹੋਈ, ਕਿਉਂਕਿ ਆਮ ਤੌਰ 'ਤੇ ਮੇਰੇ ਵਰਗੇ ਨੂੰ ਬੁਖਾਰ ਹੀ ਚੜ੍ਹ ਜਾਏ, 5-7 ਦਿਨ ਸਰੀਰ ਢਿੱਲਾ ਰਹਿ ਜਾਏ ਅਤੇ ਦਿਲ ਛੱਡ ਜਾਈਦਾ ਵੀ ਉਹ ਕਿਤੇ ਮਾਰੀ ਨਾ ਜਾਈਏ, ਕਦੇ ਚੜ੍ਹਾਈ ਨਾ ਕਰ ਜਾਈਏ। ਕਿਲੋ 2 ਕਿਲੋ ਭਾਰ ਝੱਟ ਹੀ ਘੱਟ ਜਾਂਦਾ, ਉਹ ਅਫਸੋਸ ਨਾਲ ਹੀ। ਰੋਟੀਆਂ ਭਾਵੇਂ ਜਿੰਨੀਆਂ ਮਰਜ਼ੀ ਖਾਈ ਜਾਓ, ਭਾਰ ਫਿਰ ਵੀ ਘਟੀ ਜਾਊਗਾ। ਮਨ ਦੀ ਚਿੰਤਾ ਦੇ ਨਾਲ ਇੰਨਾ ਮੌਤ ਦਾ ਭੈ ਹੈ। ਅਤੇ ਵੇਖੋ ਸਭ ਦੁਨੀਆ ਘਬਰਾਈ ਪਈ ਹੈ, ਉਹੀ ਸਾਹ ਸੂਤੇ ਪਏ ਨੇ। ਗੱਲ ਭਾਵੇਂ ਕੁਛ ਵੀ ਨਹੀਂ, ਪਰ ਸਾਹ ਉਹੀ ਸੂਤੇ ਪਏ ਨੇ। ਕਾਰਨ ਕੀ ਹੈ ਵੀ ਮੌਤ ਦਾ ਡਰ ਬੜਾ ਹੈ। ਪਰ ਉਹ ਧੰਨ ਗੁਰਮੁਖ ਇੱਕ ਰਿਕਾਰਡ ਉਹਨਾਂ ਨੇ ਕਾਇਮ ਕਰ ਦਿੱਤਾ ਕਿ 5 ਕਿਲੋ ਭਾਰ ਉਹਨਾਂ ਦਾ ਫਾਂਸੀ ਵਾਲੇ ਦਿਨ ਜਦ ਤੋਲਿਆ ਗਿਆ ਅਤੇ ਦੋਵਾਂ ਦਾ ਵੱਧ ਸੀਗਾ। 5-5 ਕਿਲੋ ਭਾਰ ਉਹਨਾਂ ਵਧਾ ਲਿਆ। ਮਤਲਬ ਮਨ ਨੂੰ ਅਫਸੋਸ ਨਹੀਂ ਲਾਇਆ, ਚਿੰਤਾ ਨਹੀਂ ਲਾਈ। ਹੱਸ ਕੇ ਸ਼ਹੀਦੀਆਂ ਪਾਈਆਂ। ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਝੰਡਾ ਬੁੰਗਾ ਹੈ, ਹੁਕਮਨਾਮਾ ਸਾਹਿਬ ਲਿਖਿਆ ਹੁੰਦਾ, ਉੱਥੇ ਝੰਡੇ ਬੁੰਗੇ ਉਹਨਾਂ ਸਿੰਘਾਂ ਦਾ ਪਾਠ ਰੱਖਿਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਜਿਸ ਅਕਾਲ ਤਖਤ ਸਾਹਿਬ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਲਈ, ਕੌਮ ਦੀ ਡਿੱਗੀ ਪੱਗ ਨੂੰ ਦੁਬਾਰ ਤੋਂ ਸਿਰ 'ਤੇ ਰੱਖਣ ਲਈ ਉਹਨਾਂ ਆਪਦੀ ਜਿੰਦੜੀ ਵਾਰੀ ਫਾਂਸੀ ਦਾ ਰੱਸਾ ਹੱਸ ਕੇ ਚੁੰਮਿਆ। ਉਹਨਾਂ ਸਿੰਘਾਂ ਦੀ ਬਰਸੀ ਦਰਬਾਰ ਸਾਹਿਬ ਮਨਾਈ ਗਈ। ਅਖੰਡ ਪਾਠ ਸਾਹਿਬ ਦਾ ਭੋਗ ਪਿਆ ਅਤੇ ਕੱਲ੍ਹ ਧੰਨ ਬਾਬਾ ਤਾਰੂ ਸਿੰਘ ਸਾਹਿਬ ਜੀ ਦਾ 300 ਸਾਲਾ ਜਨਮ ਦਿਹਾੜਾ ਮਨਾਇਆ ਗਿਆ। ਪੂਲੇ ਪਿੰਡ ਰਾਤ ਦੇ 12-1 ਵਜੇ ਤੱਕ ਦੀਵਾਨ ਸਜਿਆ। ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੀ ਜੋ ਜੀਵਨ ਸ਼ੈਲੀ ਉਹਨਾਂ ਨੂੰ ਯਾਦ ਕੀਤਾ ਗਿਆ।
ਜੋ ਸਾਡੇ ਵਾਸਤੇ, ਸਾਡੇ ਬੱਚਿਆਂ ਵਾਸਤੇ ਇੱਕ ਗਾਈਡਲਾਈਨ ਹੈ। ਨਿਆਣੇ ਸਾਡੇ ਬਿਨਾਂ ਹੀ ਗੱਲ ਤੋਂ ਕੇਸ ਮਨਾਈ ਫਿਰਦੇ ਨੇ, ਝੱਟ ਕੇਸਾਂ ਦਾ ਕਤਲ ਕਰਾ ਦਿੰਦੇ ਨੇ। ਭੈਣਾਂ ਕਰੀਮਾਂ ਆਦਿਕ ਲਾ ਕੇ, ਦਵਾਈਆਂ ਆਦਿਕ ਲਾ ਕੇ ਸਰੀਰ ਦੇ ਰੋਮਾਂ ਨੂੰ ਸਾਫ਼ ਕਰ ਦਿੰਦੀਆਂ, ਭਰਵੱਟੇ ਆਦਿਕਾਂ ਨੂੰ ਆਪਦੀ ਮਰਜ਼ੀ ਨਾਲ ਸਵਾਰਦੀਆਂ। ਧੰਨ ਬਾਬਾ ਤਾਰੂ ਸਿੰਘ ਸਾਹਿਬ ਦੀ ਸ਼ਹੀਦੀ ਸਾਡੇ ਵਾਸਤੇ ਇੱਕ ਬਹੁਤ ਸਿੱਖਿਆਦਾਇਕ ਹੈ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾਅ 'ਤੇ ਲਾ ਦਿੱਤੀ। ਗੱਲ ਸਿਰਫ ਇੰਨੀ ਸੀਗੀ, ਉਹਨਾਂ ਕਿਹਾ ਕਿ ਆਪਦੇ ਕੇਸ ਕਤਲ ਕਰਾ ਕੇ ਤੂੰ ਮੁਸਲਮਾਨ ਬਣ ਜਾ। ਪਰ ਧੰਨ ਬਾਬਾ ਜੀ ਕਹਿੰਦੇ ਵੀ ਕੇਸ ਗੁਰੂ ਕੀ ਮੋਹਰ ਪਹਿਚਾਨ ਹੈ, ਗੁਰ ਸਮ ਅਦਬ ਕੇਸ ਕੋ ਠਾਨਾ ਹੈ। ਮੈਂ ਕੇਸ ਨਹੀਂ ਕਤਲ ਕਰਾਵਾਂਗਾ। ਜੰਡਿਆਲੇ ਦੇ ਹਰ ਭਗਤ ਨਿਰੰਜਨੀਏ ਨੇ ਚੁਗਲੀ ਮਾਰੀ ਕਿ ਸਿੰਘਾਂ ਦੀ ਸੇਵਾ ਕਰਦਾ ਹੈ। ਸਿੰਘ ਨਾਮ ਸੀ ਬਾਗੀ ਦਾ। ਜੰਗਲਾਂ ਦੇ ਵਿੱਚ ਜਿਹੜੇ ਰਹਿੰਦੇ ਗੁਰਮੁਖ ਪਿਆਰੇ, ਉਹਨਾਂ ਨੇ ਪ੍ਰਸ਼ਾਦਾ ਵਰਤਾਉਂਦਾ ਹੈ, ਲੰਗਰਾਂ ਦੀ ਸੇਵਾ ਕਰਦਾ। ਸਿਰਫ ਇਸ ਗੱਲ ਤੋਂ ਹੀ ਉਹਨਾਂ ਨੂੰ ਪਕੜਿਆ ਗਿਆ ਤੇ ਗੱਲ ਸਿੱਖੀ ਤੇ ਆ ਕੇ ਟਿਕ ਗਈ। ਬਾਬਾ ਜੀ ਕਹਿੰਦੇ ਵੀ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਜਿਹੜਾ ਜ਼ਕਰੀਆ ਸੀ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਮੈਂ ਵੇਖਦਾ ਬੜਾ ਤੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਕਿਵੇਂ ਨਿਭਦੀ ਹੈ। ਉਹਨੇ ਦਰਜੀ ਨੂੰ ਬੁਲਾ ਲਿਆ, ਜਲਾਦ ਨੂੰ ਕਹਿਣ ਲੱਗਾ ਵੀ ਇਹ ਕੈਂਚੀ ਦੇ ਨਾਲ ਕੇਸ ਕਤਲ ਕਰ ਦੇ। ਉਸ ਵਕਤ ਬਾਬਾ ਜੀ ਨੇ ਕਲਗੀਧਰ ਮਹਾਰਾਜ ਦਾ ਧਿਆਨ ਧਾਰਿਆ ਤੇ ਸਾਧ ਸੰਗਤ ਜੀਓ, ਬਾਬਾ ਜੀ ਦੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਤੇ ਜਲਾਦ ਦੀ ਕੈਂਚੀ ਮੋਮ ਦੀ ਤਰ੍ਹਾਂ ਨਰਮ ਹੋ ਗਈ। ਇੱਕ ਵੀ ਕੇਸ ਕਤਲ ਨਹੀਂ ਕਰ ਸਕੀ। ਕਹਿੰਦੇ ਵੇਖਿਆ ਇਹ ਸਾਡੇ ਗੁਰੂ ਮਹਾਰਾਜ ਦੀ ਤਾਕਤ ਹੈ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ। ਕਹਿੰਦੇ ਮੈਂ ਤੈਨੂੰ ਦੱਸਦਾ, ਜੇ ਮੈਂ ਤੇਰਾ ਖੋਪਰਾ ਹੀ ਉਤਾਰ ਦਿਆਂ, ਕਹਿੰਦੇ ਤੇਰੀ ਖੁਸ਼ੀ ਆ, ਕਰਕੇ ਵੇਖ ਲਾ ਦੇ ਖੋਪਰਾ। ਪਰ ਪੁੱਤ ਮਹਾਰਾਜ ਦੇ ਹੁਕਮ 'ਚ ਭਾਣੇ 'ਚ ਸ਼ਹੀਦੀ ਤਾਂ ਹੁਣ ਦੇਣੀ ਹੈ, ਪਰ ਤੈਨੂੰ ਮੈਂ ਪਹਿਲਾਂ ਜੁੱਤੀ ਦੀ ਨੋਕ ਅੱਗੇ ਲਾ ਕੇ ਨਰਕਾਂ 'ਚ ਸੁੱਟਾਂਗਾ, ਫਿਰ ਆਪਦਾ ਸਰੀਰ ਸ਼ਾਂਤ ਕਰਾਂਗਾ। ਇਹ ਬਚਨ ਕੀਤਾ ਸੀ ਬਾਬਾ ਜੀ ਨੇ। ਸੋਨੇ ਮੋਚੀ ਬੁਲਾ ਕੇ ਬਾਬਾ ਜੀ ਦਾ ਕੇਸਾਂ ਸਮੇਤ ਖੋਪਰਾ ਉਤਾਰ ਕੇ ਪਾਸੇ ਰੱਖ ਦਿੱਤਾ ਤੇ ਬਾਬਾ ਜੀ ਨੂੰ ਚਰਨਾਂ ਤੋਂ ਧੂ ਕੇ ਘੜੀਸ ਕੇ ਮਰਿਆ ਸਮਝ ਕੇ ਇੱਕ ਖਾਲ ਵਿੱਚ ਸੁੱਟ ਦਿੱਤਾ। ਧੰਨ ਬਾਬਾ ਤਾਰੂ ਸਿੰਘ ਸਾਹਿਬ ਜੀ ਸਮਾਧੀ ਸਥਿਤ ਰਹੇ। ਲਗਾਤਾਰ 22 ਦਿਨ ਨੇਤਰ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਦੇ ਰਹੇ। ਜਦ ਲਾਹੌਰ ਦੀ ਸੰਗਤ ਨੂੰ ਪਤਾ ਚੱਲਿਆ ਤਾਂ ਉਹਨਾਂ ਬਾਬਾ ਜੀ ਨੂੰ ਬੜੇ ਸਤਿਕਾਰ ਦੇ ਨਾਲ ਚੁੱਕ ਕਰਕੇ ਤੇ ਧਰਮਸ਼ਾਲਾ ਵਿੱਚ ਲਿਆਂਦਾ। ਉਹਨਾਂ ਦੇ ਪਾਵਨ ਸੀਸ ਦੇ ਉੱਪਰ ਮਲਮ ਪੱਟੀ ਕਰਕੇ ਤੇ ਪੱਟੀ ਬੰਨ੍ਹ ਦਿੱਤੀ ਤੇ ਧਰਮਸ਼ਾਲਾ ਦੇ ਵਿੱਚ ਬਾਬਾ ਜੀ ਨੂੰ ਲਿਟਾ ਦਿੱਤਾ। ਉੱਥੇ ਬਾਬਾ ਜੀ 22 ਦਿਨ ਸਮਾਧੀ ਦੇ ਵਿੱਚ ਰਹੇ। ਦੂਸਰੇ ਪਾਸੇ ਜ਼ਕਰੀਏ ਦਾ ਪਿਸ਼ਾਬ ਬੰਦ ਹੋ ਗਿਆ। ਉਹ ਵਿਚਾਰਾ ਬੜਾ ਔਖਾ ਹੋਇਆ। ਵਿਚਾਰਾ ਮੈਂ ਤਾਂ ਆਖਿਆ ਕਿ ਬੰਦਾ ਗਲਤੀ ਕਰ ਬੈਠਦਾ ਹੈ ਪਰ ਬਾਅਦ ਵਿੱਚ ਪਛਤਾਉਂਦਾ ਹੈ। ਮੁੜ ਕੇ ਪਛਤਾਇਆ। ਜਦ ਕੋਈ ਵੀ ਦਵਾਈ ਕਾਰਗਰ ਨਾ ਹੋਈ ਤੇ ਮਨ ਦੇ ਵਿੱਚ ਬੜਾ ਪਛਤਾਇਆ ਕਿ ਸਿੰਘ ਨੂੰ ਮੈਂ ਸ਼ਹੀਦ ਕਿਉਂ ਕੀਤਾ। ਭਾਈ ਸ਼ਬੀਕ ਸਿੰਘ ਨੂੰ ਬੇਨਤੀ ਕੀਤੀ ਕਿ ਸਿੰਘਾਂ ਨੂੰ ਜਾ ਕੇ
मेरी भुल माफ़ कराओ। अगों ਸਿੰਘਾਂ ने हुक्म ला दिता कि भुल तो बहुत वड्डी हुई है, बाबा जी की बेदबी हुई है, उन्हां दी शहीदी हुई है, एडा वड्डा गुनाह असीं माफ़ नहीं कर सकते, उहदी अरदास नहीं कर सकते। कहंदे फिर भी खालसा दयालु है, कोई ना कोई यतन दसो। जकरिया नूं पेशाब नहीं आ रहा तो सिंह कहन लगे कि बाबा जी ने कोई बचन किया सी? कहंदे जी हाँ, उन्हें कहा सी जुत्ती दी नोक अगे ला के पहला नरका सुटांगे। फिर कहंदे तरीका बड़ा सौखा है, उन्हां दा जोड़ा ला के लै जाओ ते जकरिए दे सिर दे विच मारो, उन्हों सुख मिलेगा। तो बाबा जी का जोड़ा उतार के लैके गए। ये कह कह के जोर जोर दी मराउंदा रहा। 22वें दिन इहदा काम तमाम हो गया, जकरिया मर गया। फिर संगतां ने बाबा जी ने बेनती की, कहते बाबा जी जकरिया खत्म हो गया है। उस वक्त बाबा जी ने हाथ जोड़े, नमस्कार की, फतेह बुला के अपना शरीर त्याग गए। ऐसे गुरमुख प्यारे धन बाबा बुढ़ा साहब जी अते सुखे जिंदे वर्गे कौम के महान शहीद, जिन्हों ने शरीर नूं कुछ भी नहीं समझिया, सच्चे पातशाह जी की अमानत समझ के उन्होंने चरणों च पेटा रख के मत्था टेक दिता। ते धन बाबा तारू सिंह साहब जी, जिन्हों का कल 300 साल जो पवित्र जन्म दिहाड़ा समूह पंथ वालों मनाया गया। ऐसे गुरमुख प्यारे महाराज कहते हैं, आए गया की न आयो। सो जद महाराज परमेश्वर एक बार आके मिल गया है तो की ना आयो। हिरदे विच आके जदों प्राप्त हो गया तो की नहीं आया, केड़ा पदार्थ नहीं आया? भाव धर्म अर्थ काम मोक्ष सब कुछ आ गया है। क्यों आवा जाता। सो जिन्हों महाराज की प्राप्ति हो गई है वो जम के किमें आवेगा, मर के किमें जावेगा? भाव जमन मरनों बाहरे पर उपकारी जग विच आए। जिमें जेल दे विच डॉक्टर जाके मरीज़ों का इलाज करके आपदी मर्जी मुताबिक जाता है तो मर्जी मुताबिक वापस आ जाता। इंज वो गुरमुख प्यारे दुनिया दे विच वाहिगुरु के हुक्म मुताबिक परोपकार करने लई आए ने ते परोपकार करके वो कुर्बानी करके आए इसे वास्ते ने सिख कौम दी नीहां नूं मजबूत करने लई। जिवें साहिबजादे छोटी जी उम्र च जकारे छड्डदे शरीर त्याग के वो आए इसे वास्ते सीगे भी कौम दी पग नूं उच्ची रखना है। इन्हां दीयां नीहां दे विच आपदे हड्डां दा चूना पा के नींह नूं पक्की करके जाना है। वो आउंदे इसे वास्ते ने। बाबा जी संगत नूं शिक्षा देने वास्ते आए भी इंज सेवा करी दी है। जिन्ना मर्जी बंदा बुढ़ा हो जाए पर गुरुद्वारे नहीं बुढ़ा बनता, गुरुद्वारे न्याणा रहिंदा है। आपदे गुरु अगे कदी भी बुढ़ा नहीं बनना। महाराज दे अगे न्याणपुणा रखना भी महाराज सानू कुछ नहीं पता। सारी उम्र शिक्षा लेंदे रहना है। सिख सिख रहिंदा है, वो कदी भी सियाणा नहीं बनता। इउं महाराज नूं बेनती करके शिक्षा लेंदे रहना है। बाबा जी की सिक्ख्या इसलिए वो आए सी। सिंह सुखे जिंदे वर्गे कुर्बानी करने लिए आए।
ਬਾਬਾ ਤਾਰੂ ਸਿੰਘ ਸਾਹਿਬ ਜੀ ਵਰਗੇ ਸੋ ਕੌਮ ਦਾ ਇਤਿਹਾਸ ਬਣਾਉਣ ਲਈ, ਚੜ੍ਹਦੀ ਕਲਾ ਵਾਸਤੇ ਕੌਮ ਦਾ ਝੰਡਾ ਚਲਾਉਣ ਲਈ ਆਏ ਅਤੇ ਪਰਉਪਕਾਰ ਕਰਕੇ ਤੁਰ ਗਏ। ਇਸ ਤਰ੍ਹਾਂ ਉਹਨਾਂ ਦਾ ਆਉਣਾ ਅਤੇ ਜਾਣਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਜੰਮਣ ਅਤੇ ਮਰਨ ਤੋਂ ਬਾਹਰ ਹਨ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਖਿਆ। ਇਸੇ ਪ੍ਰਕਾਰ ਆਏ ਗਿਆ ਕੀ ਨ ਆਇਓ, ਜਿਸ ਦੇ ਹਿਰਦੇ ਵਿੱਚ ਨਾਮ ਆ ਗਿਆ, ਗਿਆਨ ਆ ਗਿਆ, ਉਹਦੇ ਹਿਰਦੇ 'ਚ ਦੱਸੋ ਕੀ ਨਹੀਂ ਆਇਆ। ਜਿੱਥੇ ਨਾਮ ਆ ਗਿਆ ਉੱਥੇ ਸ਼ਾਸਤਰ ਗਿਆਨ ਆ ਗਿਆ। ਕਿਸੇ ਕਿਤਾਬ ਪੜ੍ਹਨ ਦੀ ਲੋੜ ਨਹੀਂ। ਬਾਬੇ ਗੁਰਬਚਨ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਕਲਗੀਧਰ ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕੀਤੀ। ਇੱਕ ਬਾਬਾ ਸੁੰਦਰ ਸਿੰਘ ਨੂੰ ਕਹਿਣ ਲੱਗੇ, ਪਿੰਡਰੀ ਬੌਲੀ ਹੈ, ਉੱਥੇ ਬੈਠੇ ਚੌਂਕੜਾ ਮਾਰ ਕੇ ਤਪ ਕਰ ਰਹੇ ਸੀ। ਕਹਿੰਦੇ ਸੰਤ ਜੀ ਅੱਜ ਮੇਰੇ ਅੱਖਾਂ ਦੇ ਅੱਗੋਂ ਸੁਨਹਿਰੀ ਰੰਗ ਦੇ ਵਿੱਚ ਵੇਦ ਲੰਘੇ ਹਨ। ਮਤਲਬ ਵੇਦਾਂ ਦਾ ਗਿਆਨ ਮੇਰੇ ਅੱਖਾਂ ਦੇ ਅੱਗੋਂ ਦੀ ਗੁਜ਼ਰਿਆ। ਕਹਿੰਦੇ ਕੱਲ੍ਹ ਨੂੰ ਕੋਈ ਪੰਕਤੀ ਲਿਖ ਕੇ ਲਿਆਈ। ਅਗਲੇ ਦਿਨ ਉਹਨਾਂ ਪੰਕਤੀ ਲਿਖ ਕੇ ਉਹਨਾਂ ਨੂੰ ਸੁਣਾਈ। ਸੰਸਕ੍ਰਿਤ 'ਚ ਹੋਣ ਕਰਕੇ ਮੈਨੂੰ ਯਾਦ ਨਹੀਂ ਰਹਿੰਦੀ, ਉਹ ਲਿਖੀ ਹੋਈ ਹੈ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਅਸੀਂ ਬੜੀਆਂ ਕਾਪੀਆਂ ਕਾਲੀਆਂ ਕੀਤੀਆਂ, ਬੜਾ ਕੁਛ ਲਿਖਿਆ, ਯਾਦ ਫਿਰ ਵੀ ਨਹੀਂ ਰਹਿੰਦਾ। ਫਿਰ ਵੀ ਨਹੀਂ ਯਾਦ ਰਹਿੰਦਾ। ਵੇਖ ਕੇ ਬੋਲਣਾ ਪੈਂਦਾ, ਵੇਖ ਕੇ ਵੀ ਨਹੀਂ ਪੜ੍ਹਿਆ ਜਾਂਦਾ। ਇੰਨਾ ਦਿਮਾਗ ਡੱਲ ਹੈ। ਪਰ ਉਹ ਮਹਾਂਪੁਰਖ ਕਦੀ ਉਹਨਾਂ ਪੈਨ ਨਹੀਂ ਵਰਤਿਆ, ਕਦੀ ਕਾਪੀ ਦਾ ਕਾਗਜ਼ ਨਹੀਂ ਵਰਤਿਆ। ਜ਼ਬਾਨੀ ਮਹਾਂਪੁਰਖਾਂ ਦਾ ਵਰ ਸੀਗਾ। ਕਹਿੰਦੇ ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੈ ਹੀ ਲਿਖ ਲੇਹੋ। ਕਲਮ ਦੀ ਲੋੜ ਕੀ ਹੈ? ਕਲਮ ਤਾਂ ਨਿਆਣੇ ਨੂੰ ਫੜਾਈ ਦੀ ਹੈ ਵੀ ਲੈ ਕਾਕਾ ਲਿਖ। ਮਹਾਂਪੁਰਖ ਤਾਂ ਵਾਹਿਗੁਰੂ ਦੀ ਕਿਰਪਾ ਵਾਲੇ ਸਨ। ਮਸਾਜਨੀ ਦਾ ਅਰਥ ਹੈ ਦਵਾਤ ਦੀ ਸਿਆਹੀ ਦੀ ਕੀ ਲੋੜ ਹੈ। ਮਹਾਂਪੁਰਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਉਹ ਵੀ ਸਕੂਲ ਦੇ ਵਿੱਚ 5 ਕੁ ਜਮਾਤਾਂ ਗਏ ਅਤੇ ਫਿਰ ਸਤਿ ਸ੍ਰੀ ਅਕਾਲ। ਜਥੇ ਦੇ ਵਿੱਚ ਵੀ ਬੰਦਗੀ ਕੀਤੀ, ਭਜਨ ਕੀਤਾ, ਜਪਜੀ ਸਾਹਿਬ ਦੇ ਪਾਠ ਕੀਤੇ, ਦਬਲ ਕੇ ਸਿਮਰਨ ਕੀਤਾ। ਕੋਈ ਕਾਪੀ ਨਹੀਂ, ਕੋਈ ਪੈਨ ਨਹੀਂ, ਕੋਈ ਲਿਖਤ ਨਹੀਂ, ਕੋਈ ਪੜ੍ਹਤ ਨਹੀਂ। ਕੈਪਟਨ ਹਰਚਰਨ ਸਿੰਘ ਜੀ ਰੋਡੇ, ਮੈਂ ਜਦ ਵੀ ਉਹਨਾਂ ਨੂੰ ਮਿਲਦਾ ਅਤੇ ਮੈਂ ਕਿਹਾ ਵੀ ਕੋਈ ਨਾ ਕੋਈ ਗੱਲ, ਕੋਈ ਬਚਨ ਸੁਣਾਓ ਸੰਤਾਂ ਦਾ। ਇੱਕ ਵਾਰ ਕਹਿਣ ਲੱਗੇ ਕਿ ਜਦ ਉਹਨਾਂ ਨੂੰ ਦਸਤਾਰਬੰਦੀ ਹੋਈ ਅਤੇ ਮੈਂ ਖੜਾ ਖੜੋਤਾ ਸੋਚਾਂ ਵੀ ਮਨਾ ਭਰਾ ਦਾ ਮੇਰਾ ਹੀ ਹੈ, ਛੋਟਾ ਭਰਾ ਹੈ। ਇਹ ਪੜ੍ਹਿਆ ਤਾਂ ਇੱਕ ਵੀ ਅੱਖਰ ਨਹੀਂ ਗਾ, ਕਦੀ ਸਕੂਲ ਨਹੀਂ ਗਿਆ, ਚੱਜ ਨਾਲ ਪੜ੍ਹਦਾ ਨਹੀਂ ਵੇਖਿਆ। ਜਥੇ ਦੇ ਵਿੱਚ ਇੰਨੇ ਵੱਡੇ ਗਿਆਨੀ ਨੇ, ਇਹ ਟਕਸਾਲ ਗਿਆਨੀਆਂ ਦੀ ਹੈ ਵੀ ਇਹਨੂੰ ਆਉਂਦਾ ਜਾਂਦਾ ਤਾਂ ਕੁਛ ਹੈ ਨਹੀਂ, ਨਾ ਕਦੀ ਇਹ ਬੋਲਿਆ। ਇਹ ਮੁਖੀ ਬਣ ਗਿਆ ਵੀ ਕਰੂਗਾ ਇਹ ਕੀ। ਕਹਿੰਦੇ ਜਦ ਉਹਨੇ ਪਹਿਲੇ ਦਿਨ ਕਥਾ ਕੀਤੀ ਅਤੇ ਮੈਂ ਖੜ੍ਹ ਕੇ ਸੁਣੀ, ਖੜ੍ਹੇ ਹੋ ਕੇ ਸੁਣੀ ਧਿਆਨ ਨਾਲ, ਅਤੇ ਮੈਨੂੰ ਡਰ ਸੀਗਾ ਵੀ ਕਿਤੇ ਭੁੱਲ ਨਾ ਜਾਏ। ਸੂਹੀ ਮਹੱਲਾ ਪੰਜਵਾ। ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਭਉ ਕਿਛ ਨਾਹੀ। ਜਮ ਨਹੀਂ ਆਵੈ ਨੀਰੈ ਰਹਾਉ। ਇਹ ਜਦ ਕਥਾ ਕੀਤੀ ਕੋਈ ਪ੍ਰਮਾਣ ਨਹੀਂ ਇਹੋ ਜਿਹਾ, ਕੋਈ ਸਾਖੀ ਨਹੀਂ ਇਹੋ ਜਿਹੀ ਜਿਹੜੀ ਮਹਾਂਪੁਰਖਾਂ ਲਾਈ ਨਾ ਹੋਵੇ।
ਵੱਡੇ ਵੱਡੇ ਗਿਆਨੀ ਉੱਥੇ ਹੈਰਾਨ ਰਹਿ ਗਏ, ਪਰੇਸ਼ਾਨ, ਮੁੜਕੀ ਹੋ ਗਏ ਵੀ ਕਦੀ ਪੜ੍ਹਦਾ ਤਾਂ ਵੇਖਿਆ ਨਹੀਂ ਸੀ ਵੀ ਕਥਾ ਕਿਸ ਤਰ੍ਹਾਂ ਆ ਗਈ। ਗੱਲ ਹੈ ਮਹਾਰਾਜ ਦੇ ਨਾਮ ਦੀ, ਗੁਰੂ ਸਾਹਿਬ ਦੀ ਬਾਣੀ ਦੇ ਨਾਲ ਬੁੱਧੀ ਤੀਖਣ ਹੋ ਜਾਂਦੀ। ਤੇਲੀਆ ਬੁੱਧੀ ਸੀ, ਥੋੜ੍ਹਾ ਜਿਹਾ ਤੇਲ ਪਾਣੀ ਦੇ ਪਾਓ ਤੇ ਉਹ ਝੱਟ ਫੈਲ ਜਾਂਦਾ। ਇਹ ਪ੍ਰਭੂ ਦੇ ਸਿਮਰਨ ਦੀਆਂ ਤਾਕਤਾਂ ਨੇ। ਜਿਹਦੇ ਹਿਰਦੇ 'ਚ ਨਾਮ ਆ ਗਿਆ ਤੇ ਗਿਆਨ ਆ ਗਿਆ, ਉਹਦੇ ਹਿਰਦੇ 'ਚ ਦੱਸੋ ਕੀ ਨਹੀਂ ਆਇਆ? ਸਭ ਕੁਛ ਹੀ ਆ ਗਿਆ। ਵੱਡੇ ਮਹਾਂਪੁਰਖਾਂ 27 ਕਥਾ ਕੀਤੀਆਂ, ਜ਼ਬਾਨੀ ਕੀਤੀਆਂ। ਮੈਂ ਹੈਰਾਨ ਹਾਂ ਉਹਨਾਂ ਦੀ ਜੋ ਰਿਕਾਰਡਿੰਗ ਹੈ, ਕੋਈ ਵੀ ਸੁਣੀਦੀ ਹੈ। ਰਾਗਮਾਲਾ ਦੀ ਕਥਾ 2-3 ਵਾਰ ਸੁਣੀ, ਵੱਖੋ ਵੱਖਰੇ ਅਰਥ ਤੇ ਪੂਰੇ ਪਾਣੀ ਉਣਾਣ ਤੇ ਪ੍ਰਕਰਨ ਦਾ ਪ੍ਰਕਰਨ ਹੀ ਚੇਂਜ, ਬਿਲਕੁਲ ਸਹੀ। ਇੱਕ ਟਾਈਮ ਦੇ ਕੋਈ ਹੋਰ ਅਰਥ, ਦੂਜੀ ਵਾਰੀ ਕਥਾ ਕਰਨੀ ਕੋਈ ਹੋਰ ਅਰਥ, ਤੇ ਬਾਕੀ ਸਾਰੇ ਸਹੀ। ਤੇ ਇਸ ਵਾਸਤੇ ਜਿੰਨਾ ਸ਼ਾਸਤਰ ਗਿਆਨ ਪੜ੍ਹਾਈਆਂ, ਸਾਰੇ ਸ਼ੁਭ ਗੁਣ ਉਹਨਾਂ ਦੇ ਹਿਰਦੇ 'ਚ ਆ ਗਏ। ਜਿਨ੍ਹਾਂ ਦੇ ਹਿਰਦੇ 'ਚ ਮਹਾਰਾਜ ਦਾ ਨਾਮ ਆ ਗਿਆ। ਆਏ ਗਿਆ ਕੀ ਨ ਆਇਓ, ਜਿਹਦੇ ਹਿਰਦੇ 'ਚ ਨਾਮ ਆ ਗਿਆ, ਬਾਣੀ ਆ ਗਈ, ਗਿਆਨ ਆ ਗਿਆ, ਕਿਹੜੀ ਕਿਤਾਬ ਨਹੀਂ ਆਈ? ਸਾਰੇ ਸ਼ਾਸਤਰ ਗਿਆਨ, ਸਾਰੀਆਂ ਪੜ੍ਹਾਈਆਂ, ਸਾਰੇ ਸ਼ੁਭ ਗੁਣ ਆ ਗਏ। ਕਿਉਂ ਆਵੈ ਜਾਤਾ, ਉਹਦੇ ਹਿਰਦੇ 'ਚੋਂ ਅਗਿਆਨ ਇੱਕ ਦਫਾ ਜਾਂਦਾ ਰਿਹਾ, ਉਹ ਫਿਰ ਕਿਵੇਂ ਆਏਗਾ? ਦੱਸੋ, ਭਾਵ ਨਹੀਂ ਆਏਗਾ। ਅਰਥਾਤ ਜਿਵੇਂ ਬ੍ਰਿਕਸ਼ ਨੂੰ ਜੜੋਂ ਪੁੱਟ ਦਈਏ ਤਾਂ ਛਾਂ ਵੀ ਨਾਲ ਹੀ ਚਲੀ ਜਾਂਦੀ ਹੈ। ਇਸ ਤਰ੍ਹਾਂ ਜਦ ਅਗਿਆਨ ਰੂਪੀ ਦਰਖਤ ਹੀ ਪੁੱਟਤਾ ਤਾਂ ਵਿਦਿਆ ਰੂਪੀ ਛਾਂ ਕਿੱਥੇ ਰਹੀ? ਉਹ ਵੀ ਨਾਲ ਹੀ ਨਾਸ਼ ਹੋ ਗਈ। ਇਸੇ ਪ੍ਰਕਾਰ ਆਏ ਗਿਆ ਕੀ ਨ ਆਇਓ, ਜਿਹਦੇ ਹਿਰਦੇ ਵਿੱਚੋਂ ਗੁਰ ਉਪਦੇਸ਼ ਦੁਆਰਾ ਅਗਿਆਨ ਚਲਾ ਗਿਆ ਤੇ ਪਰਮੇਸ਼ਰ ਸਾਖਿਆਤ ਹੋ ਗਿਆ, ਅਪਰੋਖ ਗਿਆਨ ਆ ਗਿਆ ਤੇ ਅਗਿਆਨ ਚਲਾ ਗਿਆ। ਦੱਸੋ ਕੀ ਨਹੀਂ ਆਇਆ? ਸਭ ਕੁਛ ਹੀ ਆ ਗਿਆ। ਕਿਉਂ ਆਵੈ ਜਾਤਾ, ਅਤੇ ਕਿਉਂ ਆਵੇ ਜਾਵੇਗਾ? ਭਾਵ ਉਹ ਜੰਮਣ ਮਨ ਵਿੱਚ ਨਹੀਂ ਆਵੇਗਾ। ਪ੍ਰੀਤਮ ਸਿਉ ਮਨ ਮਾਨਿਆ, ਜਿਸ ਦਾ ਪ੍ਰੀਤਮ ਪਿਆਰੇ ਗੁਰਾਂ ਜਾਂ ਪਰਮੇਸ਼ਰ ਨਾਲ ਮਨ ਮੰਨ ਗਿਆ ਹੈ। ਹਰ ਸੇਤੀ ਰਾਤਾਂ, ਉਹ ਹਰੀ ਪਰਮੇਸ਼ਰ ਦੇ ਨਾਮ ਪ੍ਰੇਮ ਰੰਗ ਨਾਲ ਰੰਗਿਆ ਹੀ ਰਹਿੰਦਾ ਹੈ। ਸਾਹਿਬ ਰੰਗ ਰਾਤਾਂ ਸੱਚ ਕੀ ਬਾਤਾਂ, ਉਹ ਉਸ ਮਾਲਕ ਪਰਮੇਸ਼ਰ ਦੇ ਪ੍ਰੇਮ ਨਾਮ ਰੰਗ 'ਚ ਰਤਿਆ ਹੋਇਆ, ਸੱਚ ਦੀ ਪ੍ਰਾਪਤੀ ਦੀਆਂ ਹੀ ਬਾਤਾਂ ਮਾਰਦਾ ਰਹਿੰਦਾ, ਗੱਲਾਂ ਕਰਦਾ ਰਹਿੰਦਾ, ਮਤਲਬ ਬਾਣੀ ਦੀ ਕਥਾ ਕਰਦਾ। ਸੰਤ ਮੋਹਨ ਸਿੰਘ ਖਾਲਸਾ ਪਿੰਡਰਾਂ ਵਾਲੇ, ਉਹ ਜਦ ਵੀ ਕਥਾ ਕਰਦੇ ਨੇ ਸੰਗਰਾਂਦ ਵਾਲੇ ਦਿਨ, ਤੇ ਬਾਣੀ ਦੀ ਕਥਾ 'ਚ ਉਹ ਗੱਲਾਂ ਬਾਤਾਂ ਨਹੀਂ ਮਾਰਦੇ। ਇਸ ਤਰ੍ਹਾਂ ਆਪਾਂ ਕਈ ਵਾਰ ਕਹਾਣੀਆਂ ਚੁਟਕਲੇ ਪਾ ਕੇ ਬੈਠ ਜਾਂਦੇ ਹਾਂ। ਬਾਣੀ ਦੀ ਕਥਾ ਬਾਣੀ ਦੁਆਰਾ ਹੀ ਕਰਦੇ, ਮਤਲਬ ਬਾਣੀ ਦੇ ਅਰਥਾਂ ਨੂੰ ਬਾਣੀ ਦੇ ਪ੍ਰਮਾਣ ਦੁਆਰਾ ਸਿੱਧ ਕਰੀ ਜਾਣਾ। ਅਰਥ ਕਰਦਿਆਂ ਕਰਦਿਆਂ ਨਾਲ ਬਾਣੀ ਦੇ ਪ੍ਰਮਾਣ ਦੇਈ ਜਾਣੇ, ਇੰਨੀ ਇੰਟੈਲੀਜੈਂਸੀ ਉਹਨਾਂ 'ਚ। ਤੇ ਜਿਹੜਾ ਵੀ ਕੋਈ ਫੁਰਨਾ ਬਣਾਏ, ਸਵਾਲ ਕਰਨ ਦੀ ਨਹੀਂ ਲੋੜ ਉਹਨਾਂ ਅੱਗੇ। ਬਿਨਾਂ ਹੀ ਬੋਲਣ ਤੋਂ ਮਨ ਦਾ ਫੁਰਨਾ ਬੁੱਝ ਕੇ ਕਥਾ 'ਚ ਹੀ ਉੱਤਰ ਦੇ ਕੇ ਅਗਲੇ ਦੀ ਸੰਤੁਸ਼ਟੀ ਕਰਾ ਦੇਣੀ। ਟਰਾਲੀਆਂ ਭਰ ਕੇ ਸੰਗਰਾਂਦ ਵਾਲੇ ਦਿਨ ਉਹਨਾਂ ਮਹਾਂਪੁਰਖਾਂ ਦੀ ਕਥਾ ਸੁਣਨ ਆਉਂਦੀਆਂ। ਹੁਣ ਤਾਂ ਸਿਹਤ ਬਾਰੇ ਮੈਨੂੰ ਕੁਛ ਪਤਾ ਨਹੀਂ ਹੈ, ਤੇ ਕਾਫੀ ਚਿਰ ਪਹਿਲਾਂ ਦੀ ਗੱਲ ਹੈ। ਕਾਫੀ ਬਿਰਧ ਹਨ, ਐਸੇ ਮਹਾਂਪੁਰਖਾਂ ਦਾ ਜੀਵਨ ਹੈ, ਤੁਸੀਂ ਕੋਈ ਉਹਨਾਂ ਨੂੰ ਜਾਣਦਾ ਨਹੀਂ ਹੋਊਗਾ, ਨਾ ਕਿਸੇ ਵੇਖਿਆ ਨਾ ਬੋਲਣਾ, ਮਿਲਦੇ ਨਹੀਂ। ਤੇ ਅਵਸਥਾ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਾਲੀ ਹੈ। ਇਉਂ ਜਿਹੜਾ ਸਾਹਿਬ ਰੰਗ ਰਾਤਾ, ਸਾਹਿਬ ਦੇ ਰੰਗ 'ਚ ਰਤਿਆ ਹੋਇਆ, ਸੱਚ ਕੀ ਬਾਤਾਂ। ਜਦੋਂ ਬਾਤਾਂ ਮਾਰਦਾ ਤਾਂ ਆਪ ਦੀਆਂ ਨਹੀਂ ਮਾਰਦਾ, ਗੁਰੂ ਦੀਆਂ ਬਾਤਾਂ ਮਾਰਦਾ। ਬਾਣੀ ਦੁਆਰਾ ਹੀ, ਬਾਣੀ ਵੀ ਤਾਂ ਗੱਲਾਂ ਹੀ ਨੇ, ਪਰ ਇਹ ਹੈ ਰੱਬ ਦੀਆਂ ਗੱਲਾਂ ਨੇ। ਤੋ ਇਸ ਤਰ੍ਹਾਂ ਇਹ ਗੁਰੂ ਦੀਆਂ ਗੱਲਾਂ ਹਨ, ਇਹ ਮਹਾਰਾਜ ਦੀਆਂ ਬਾਤਾਂ ਨੇ, ਸੱਚੇ ਦੀਆਂ ਕਥਾ ਕਹਾਣੀਆਂ ਨੇ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨੇ, ਇਹੀ ਗੱਲਾਂ ਉਹ ਕਰਦੇ ਨੇ ਜਿੱਥੇ ਬੈਠਦੇ ਨੇ।
ਜਿਨ ਬਿੰਬ ਕਾ ਕੋਟ ਉਸਾਰਿਆ। ਉਸ ਵਾਹਿਗੁਰੂ ਦੀਆਂ ਬਾਤਾਂ ਕਰਦੇ ਨੇ ਜਿਹਨੇ ਜਲ ਆਦਿਕ ਪੰਜਾਂ ਤੱਤਾਂ ਦਾ ਸੰਸਾਰ ਦਾ ਕਿਲਾ ਬਣਾਇਆ, ਜਾਂ ਜਿਹਨੇ ਰਕਤ ਬਿੰਦ ਰੂਪ ਜਲ ਦਾ, ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪੁਰਾਣ ਇਹ ਸਰੂਪ ਰੂਪ ਕਿਲਾ ਉਸਾਰਿਆ, ਜਾਂ ਜਿਸ ਬਿੰਬਰੂ ਬ੍ਰਹਮ ਨੇ ਮਾਇਆ ਸਫਲ ਹੋ ਕੇ ਸੰਸਾਰ ਦਾ ਕਿਲਾ ਉਸਾਰਨਾ ਕੀਤਾ ਹੈ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਤੁਸੀਂ ਸੁਣ ਰਹੇ ਹੋ ਸਾਧ ਸੰਗਤ ਜੀਓ। गुरु नानक की बात में बात ज्यों केले के पात में पात में धेड़ी जाओ अगे दी अगे पता नहीं कितनी लंबी सुरंग है, कुसड़ी जाओ अगे दी अगे, तानू कोई अंत नहीं आऊगा। इन्नी महाराज दी इनू कहते गुरमत फिलासफी, ये गुरु साहब का ब्रह्म ज्ञान है। तो महाराज फरमाउंदे ने पंच पूनायको आपस रंदा। वो जिहड़ा परमात्मा है जिहदियां गल्लां तुहाडे नाल कर रहे हैं, गुरु नानक साहब जी कर रहे हैं, तो वह पंजां तत्तां दा आप ही प्रेरक है, मालक है। हवा पानी जो महाराज का हुक्म है उस तरह बैलेंस रखता है। जिन सच का पिंड सवारिया। आप ही सब दे ताई सरिंदा सिरजन वाला है। जे सत चित आनंद स्वरूप का यह संसार या सतसंग रूप पिंड सवारिया, ਜਾਂ जिन्हें सच स्वरूप के नाम का अभ्यास किया उन्हें अखंड चेतन देह रूपी पिंड नूं सवार लिया। इंज बेनतियां करो। हम अवगन यारे तू सुन प्यारे। हाथ जोड़ो सारे, हाथ जोड़ के गुरु ग्रंथ साहब नूं सीस झुकाओ। तुसीं गुरु ग्रंथ साहब नूं झुकाओ, मैं तुहानूं झुकाउंदा हां। तुसीं गुरु ग्रंथ साहब के दर्शन करना आउंदे हो, मैं तुहाडी करना आउंदा हां। क्योंकि संगत गुरु साहब का रूप है। इंज बेनतियां करिए आपां सारे मिल के। गुरु नानक साहब साडे अगे खड़े हैं, गल च परना पा के इक्को ही बंदा अरदास करदा है ना, बाकी सारे हथ बन के अगे खड़े हुंदे ने पिछे उहदे। क्यों गुरु नानक साहब साडे सारियां तो अगे खड़े हैं। सारियां गल्लां कर करा के उपदेश दे दू के मुड़ के फिर रब दे कोलों आप किवें बख्शाउणा है, अरदास करन दी जाच दसदे ने भी इउं अरदास करो। हे प्यारे परमेश्वर जी, तू साडी बेनती नूं सुण। असीं जीव हां ते तू ब्रह्म है, तेरा साडा की बराबरी होई दस। तू गुरु ग्रंथ साहब है ते असीं तेरे सिख हां। ते मतलब जो मर्जी आपां चंगे होइए, जिन्ने मर्जी गुण होण, पर तेरे अगे तो कुछ भी नहीं है। माँ साडी माँ ही है। जिन्ने मर्जी आपां पढ़ लिख के BA MA डिग्री होल्डर, माँ तो माँ ही रहनी है। माँ प्यो तो बच्चा वड्डा हो नहीं जाना। तो भावें असीं ब्रह्म ज्ञानी हाँ, भावें संत हाँ, जो मर्जी हाँ, पर तेरे तो बच्चे ही हैं महाराज। असीं जीव हाँ, तू ब्रह्म है। जिहड़ा ब्रह्म कोटि च गुरु साहब है वो परमात्मा। असीं जीव कोटि च जिन्ने मर्जी चंगे हाँ, पर औगणा वाले हाँ ते गलतियां करने वाले हाँ। तुद भावै सच सोई। जो तेनू भाउंदे ने वो जीव ही तेरे सच स्वरूप च जुड़दे ने। मतलब जे असीं नहीं जुड़े, साडी बिरती नहीं जुड़दी, आपां बड़ा खिच के लाउंदे आ, तो साढ़े औगण ने ते तेरी कृपा नहीं अजे साढ़े ते हुई। तो जब तू कृपा कर जाएगा तो आप भी जुड़ जावांगे। जिन्ने मर्जी माड़े आ चंगे बैठे तेरे कोल ही आ, तेरे सच स्वरूप की प्राप्ति वाले हाँ। तेरे स्वरूप दे विच तां ही जुड़दे आ जे तू कृपा करदा है। जिन्हां नूं जोड़ लिया जुड़े ने। पावन जाना न थिया। सो जिथों गल शुरू हुई सी उत्थे मुकाउंदे ने तीजी पौड़ी। उन्हां दा फिर जन्म धार के आउणा ते मर के जाना नहीं हुंदा। साची मत होई। क्योंकि उन्हां नूं पूरे गुरां दी सच्ची सिक्ख्या जो प्राप्त हुई है। अंजन तैसा अंजिया। गुरां द्वारा मन बुद्ध रूप नेत्रां च ओहो जिहा ज्ञान दा सुरमा पाईए।
ਸੋ ਜੈਸਾ ਪਿਰ ਪਾਵੈ। ਜਿਹੋ ਜਿਹਾ ਪਤੀ ਪਰਮੇਸ਼ਰ ਨੂੰ ਭਾਉਂਦਾ ਹੈ, ਬਾਕੀ ਹਾਰ ਸ਼ਿੰਗਾਰ ਕਰਕੇ ਕਦੀ ਵੀ ਗੁਰਦੁਆਰੇ ਨਾ ਆਈਏ। ਮੈਨੂੰ ਮਾਫ਼ ਕਰਨਾ, ਸਾਰੀਆਂ ਮੇਰੀਆਂ ਮਾਵਾਂ ਨੇ, ਮੇਰੀਆਂ ਭੈਣਾਂ ਨੇ, ਪਰ ਕਈ ਵਾਰ ਵੇਖਿਆ ਜਾਂਦਾ ਹੈ ਇੱਥੇ ਤਾਂ ਮਹਾਰਾਜ ਦੀ ਕਿਰਪਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੇ ਸਹਿਜ ਪਾਠ ਵੀ ਮਾਈਆਂ ਬੀਬੀਆਂ ਭੈਣਾਂ ਕਰਦੀਆਂ ਹੋਣਗੀਆਂ, ਤੇ ਸੁਖਮਨੀ ਸਾਹਿਬ ਦਾ ਪਾਠ ਵੀ ਬੜਾ ਸੋਹਣੀ ਰਸਨਾ ਆਵਾਜ਼, ਤੇ ਪਰ ਜੋ ਮਹਾਰਾਜ ਨੇ ਰੋਕਿਆ ਸਾਨੂੰ ਹਾਰ ਸ਼ਿੰਗਾਰ ਕਰਨ ਤੋਂ, ਉਹ ਵੀ ਆਪਾਂ ਪੂਰਾ ਕੀਤਾ ਹੋਊਗਾ। ਇਸ ਤਰ੍ਹਾਂ ਚੰਗੇ ਨਹੀਂ ਲੱਗੀਦਾ। ਆ ਜਿਹੜੇ ਆ ਮੰਤਰੀ ਹੁੰਦੇ ਨੇ, ਕੋਈ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ, ਜਿਹੜੇ ਵੱਡੇ ਰਾਜਨੀਤਿਕ ਬੰਦੇ, ਤੁਸੀਂ ਵੇਖੋ ਵੀ ਚਿੱਟੇ ਕੱਪੜੇ ਪਾਉਂਦੇ ਨੇ। ਬੀਬੀਆਂ ਵੀ ਹੁੰਦੀਆਂ ਨੇ, ਉਹ ਜਿਸ ਤਰ੍ਹਾਂ ਦੇ ਸੰਗਤ 'ਚ ਜਾਣ ਉਸ ਤਰ੍ਹਾਂ ਦੀਆਂ ਬਣ ਕੇ, ਤੋ ਜਿਸ ਤਰ੍ਹਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੀ ਮਰਜ਼ਾਦਾ ਹੈ, ਉਸ ਤਰ੍ਹਾਂ ਦਾ ਲਿਬਾਸ ਕਰਕੇ ਘੱਟੋ ਘੱਟ ਗੁਰੂ ਘਰ ਸਾਨੂੰ ਸਾਦੇ ਲਿਬਾਸ 'ਚ ਆਉਣਾ ਚਾਹੀਦਾ, ਅਤੇ ਆਪਸ ਵਿੱਚ ਸਾਨੂੰ ਇੱਕ ਦੂਜੇ ਨਾਲ ਵਿਚਾਰ ਕਰਕੇ ਸਮਝਾਉਣਾ ਚਾਹੀਦਾ ਹੈ। ਗੁਰੂ ਸਾਹਿਬ ਦੀ ਕਿਰਪਾ ਹੋਵੇ, ਉਹੋ ਜਿਹਾ ਸੁਰਮਾ ਪਾਓ ਜਿਹੜਾ ਰੱਬ ਨੂੰ ਚੰਗਾ ਲੱਗੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪ੍ਰਤੱਖ ਸੁਰਮਾ ਪਾ ਕੇ ਬਹਿਣ ਦੀ ਆਗਿਆ ਨਹੀਂ ਹੈ। ਗਿਆਨ ਦਾ ਸੁਰਮਾ ਮਨ ਬੁੱਧ ਰੂਪ ਨੇਤਰਾਂ 'ਚ ਪਾਈਏ। ਸਮਝੈ ਸੂਝੈ ਜਾਣੀਐ। ਜਿਹੜਾ ਵਾਹਿਗੁਰੂ ਸਾਰਿਆਂ ਦੇ ਮਨ ਦੀਆਂ ਗੱਲਾਂ ਸਮਝਦਾ, ਕਰਤੱਵ ਦੀ ਤਾਂ ਹੀ ਦੇਖਦਾ, ਸਾਰਿਆਂ ਦੇ ਹਿਰਦੇ 'ਚ ਵਿਆਪਕ ਜਾਣੀਦਾ ਹੈ। ਜੇ ਆਪ ਜਣਾਵੈ। ਜੇ ਆਪ ਜਣਾਵੇ ਤਾਂ ਹੀ ਉਹਦੇ ਸਰੂਪ ਨੂੰ ਜਾਣਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਮਝੈ ਸੂਝੈ ਜਾਣੀਐ। ਮਨ ਕਰਕੇ ਸਮਝੀਦਾ, ਨੇਤਰਾਂ ਕਰਕੇ ਦੇਖੀਦਾ, ਬੁੱਧੀ ਕਰਕੇ ਜਾਣੀਦਾ ਤਾਂ ਹੈ। ਜੇ ਆਪ ਜਣਾਵੈ। ਜੇ ਆਪ ਕਿਰਪਾ ਕਰਕੇ ਜਣਾਵੇ ਤਾਂ ਹੀ ਜਾਣਿਆ ਜਾ ਸਕਦਾ, ਉਹ ਸਮਝਾਇਆ ਸਮਝ ਨਹੀਂ ਆਉਂਦੀ ਹੈ। ਇਸੇ ਤਰ੍ਹਾਂ ਸਮਝੈ ਸੂਝੈ ਜਾਣੀਐ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਅੰਗ ਪਾਦੇ ਲੱਖ ਅਰਥ ਨੂੰ ਸਮਝ ਤਾਂ ਤਤ ਪਾਦੇ ਲੱਖ ਅਰਥ ਨੂੰ ਵੇਖੀਦਾ, ਤੇ ਜੇਕਰ ਜੇ ਆਪ ਜਣਾਵੈ। ਗੁਰੂ ਸਾਹਿਬ ਜੀ ਕਿਰਪਾ ਕਰਕੇ ਜਣਾ ਦੇਣ ਤਾਂ ਹੀ ਆਪ ਦਾ ਸ਼ੁੱਧ ਸਰੂਪ ਅਸਪਦ ਨੂੰ ਜਾਣੀਦਾ। ਇਸੇ ਤਰ੍ਹਾਂ ਸਮਝੈ ਸੂਝੈ ਜਾਣੀਐ। ਨਿਸ਼ਕਾਮ ਕਰਮ ਕਰਨ ਦੇ ਤਾਂ ਹੀ ਸਮਝੇ, ਪਰਮੇਸ਼ਰ ਪ੍ਰਾਪਤੀ ਦੇ ਸਾਧਨਾਂ ਨੂੰ ਗੁਰਾਂ ਤੋਂ ਸੂਝੇ, ਪਾਪ ਪੁੱਛੇ, ਉਪਾਸ਼ਨਾ ਨੂੰ ਸੂਝੇ ਤਾਂ ਪ੍ਰੋ ਗਿਆਨ ਨੂੰ ਜਾਣੀਦਾ। ਜੇ ਆਪ ਜਣਾਵੈ। ਜੇਕਰ ਪਰਮੇਸ਼ਰ ਆਪ ਜਣਾਵੇ ਤਾਂ ਹੀ ਤਤ ਗਿਆਨ ਨੂੰ ਜਾਣਿਆ ਜਾ ਸਕਦਾ। ਇਸੇ ਪ੍ਰਕਾਰ ਸਮਝੈ ਸੂਝੈ ਜਾਣੀਐ। ਸੋ ਉਹੀ ਸਾਧ ਸੰਗਤ ਜੀਓ, ਪਰਮੇਸ਼ਰ ਜਿਹਨੂੰ ਆਪ ਜਣਾਉਂਦਾ ਹੈ ਗੁਰਾਂ ਦੁਆਰਾ, ਉਹੀ ਸ਼੍ਰਵਣ ਗਿਆਨ ਦੀ ਉਹਨੂੰ ਸਮਝ ਆਉਂਦੀ ਹੈ, ਫਿਰ ਮੰਨਣ ਗਿਆਨ ਉਹਨੂੰ ਸੋਝ ਆਉਂਦਾ ਹੈ, ਫਿਰ ਨਿਧਿਆਸਨ ਗਿਆਨ ਨੂੰ ਜਾਣੀਦਾ। ਜੇ ਆਪ ਜਣਾਵੈ। ਜੇ ਗੁਰਾਂ ਦੁਆਰਾ ਆਪ ਪਰਮੇਸ਼ਰ ਖੁਦ ਕਿਰਪਾ ਕਰਕੇ ਜਣਾ ਦੇਵੇ ਤਾਂ ਹੀ ਤਤਵ ਅੰਗ ਦੇ ਸੰਸ਼ੋਧਨ ਦੀ ਗਿਆਤ ਹੁੰਦੀ ਹੈ। ਆਪ ਜਣਾਵੈ ਮਾਰਗ ਪਾਵੈ। ਜਿਨ੍ਹਾਂ ਨੂੰ ਬਾਂਹ ਤੋਂ ਫੜ ਕੇ ਆਪ ਗੁਰਾਂ ਦੁਆਰਾ ਜਣਾਉਂਦਾ, ਉਹਨੂੰ ਭਗਤੀ ਸਹਿਤ ਗਿਆਨ ਦੇ ਰਸਤੇ ਤੇ ਪਾਉਂਦਾ ਹੈ। ਆਪੇ ਮਨੁਆ ਲੇਵਾਏ। ਔਰ ਆਪ ਹੀ ਉਹਨਾਂ ਦਾ ਮਨ ਆਪਦੇ ਚਰਨਾਂ 'ਚ ਲੈ ਲੈਂਦਾ, ਜਾਂ ਆਪ ਹੀ ਮੰਨਣ ਕਰਨ ਵਾਲਿਆਂ ਦਾ ਮਨ ਆਪਣੇ ਸਰੂਪ 'ਚ ਲੀਨ ਕਰ ਲੈਂਦਾ ਹੈ। ਕਰਮ ਸੁਕਰਮ ਕਰਾਏ ਆਪੇ। ਆਪ ਹੀ ਸਮਾਨ ਕਰਮ ਤੇ ਸ੍ਰੇਸ਼ਟ ਕਰਮ ਕਰਾਉਂਦਾ, ਇਸ ਲਈ ਆਕੀ ਮਤ ਕੌਣ ਅਭੇਵਾਏ। ਉਸ ਭੇਦ ਰੂਪ ਪਰਮੇਸ਼ਰ ਦੀ ਕੀਮਤ ਕੌਣ ਜਾਣ ਸਕਦਾ? ਦੱਸੋ ਭਾਈ, ਕੋਈ ਨਹੀਂ ਜਾਣ ਸਕਦਾ। ਤੇ ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਦਿਲ ਵਡਿਆਈ। ਜੇਕਰ ਪ੍ਰਾਪਤੀ ਦੀ ਇੱਛਾ ਹੈ
ਤਾਂ ਇੰਜ ਬੇਨਤੀਆਂ ਕਰੀਏ। ਤੰਤ ਮੰਤ ਪਾਖੰਡ ਨ ਜਾਣਾ, ਤੰਤਰ ਮੰਤਰ ਤੇ ਝੂਠਾ ਦਿਖਾਵਾ ਕਰਨਾ ਮੈਂ ਮਹਾਰਾਜ ਨਹੀਂ ਜਾਣਦਾ। ਸਾਧ ਸੰਗਤ ਜੀਓ, ਤੰਤਰ ਹੁੰਦਾ ਹੈ ਜਿਹੜਾ ਦੂਰੋਂ ਪੜ੍ਹ ਕੇ ਕਿਸੇ ਦੇ ਮਾਰ ਕੀਤੀ ਜਾਏ, ਮੰਤਰ ਹੁੰਦਾ ਹੈ ਜਿਹੜਾ ਸਾਹਮਣੇ ਪੜ੍ਹਿਆ ਜਾਏ, ਜੰਤਰ ਹੁੰਦਾ ਜਿਹੜਾ ਲਿਖ ਕੇ ਗਲ 'ਚ ਪਾਇਆ ਜਾਏ। ਇਹੋ ਜਿਹਾ ਮੈਂ ਕੰਮ ਕੋਈ ਨਹੀਂ ਜਾਣਦਾ ਪਖੰਡ ਪਖੁੰਡ। ਰਾਮ ਹਿਰਦੈ ਮਨ ਮਾਨਿਆ, ਜੋ ਹਿਰਦੇ ਵਿੱਚ ਪਰਮੇਸ਼ਰ ਵਸਿਆ ਹੋਇਆ ਹੈ, ਉਹਦੇ ਸਰੂਪ 'ਚ ਮਨ ਮੰਨ ਗਿਆ ਹੈ। ਆਪਾਂ ਤਾਂ ਪਾਠ ਕਰਨਾ ਜਾਣਦੇ ਹਾਂ ਬਸ, ਜਪਜੀ ਸਾਹਿਬ, ਸੁਖਮਨੀ ਸਾਹਿਬ, ਹੋਰ ਕੋਈ ਜੰਤਰ ਮੰਤਰ ਨਹੀਂ ਸਾਨੂੰ ਆਉਂਦਾ। ਅੰਜਨ ਨਾਮ ਤਿਸੈ ਤੇ ਸੂਝੈ, ਸੋ ਅੰਜਨ ਨਾਮ ਜੋ ਪਰਮੇਸ਼ਰ ਦਾ ਸਾਧ ਸੰਗਤ ਜੀਓ ਸੁਰਮਾ ਹੈ, ਨਾਮ ਰੂਪੀ, ਉਸੇ ਤੋਂ ਹੀ ਸੁਝਦਾ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਗੁਰ ਸ਼ਬਦੀ ਸੱਚ ਜਾਣਿਆ, ਇਸ ਕਰਕੇ ਗੁਰ ਸ਼ਬਦੀਆਂ ਨੇ ਸੱਚ ਨਾਮ ਨੂੰ ਜਾਣਿਆ, ਜਾਂ ਗੁਰ ਸ਼ਬਦੀਆਂ ਦੁਆਰਾ ਸੱਚ ਨਾਮ ਨੂੰ ਜਾਣਿਆ ਹੈ। ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਜਾਂ ਗੁਰ ਸ਼ਬਦੀਏ ਨੇ ਸੱਚ ਸਰੂਪ ਨੂੰ ਸੱਚੇ ਨਾਮ ਦੁਆਰਾ ਗਿਆਨ ਨੂੰ ਜਾਣਿਆ, ਪਰਮੇਸ਼ਰ ਦਾ ਨਾਮ ਰੂਪੀ ਸੁਰਮਾ ਉਸੇ ਤੋਂ ਹੀ ਸੁਝਦਾ ਪ੍ਰਾਪਤ ਹੁੰਦਾ ਹੈ। ਇੱਥੇ ਚੌਥੀ ਪੌੜੀ ਸਮਾਪਤ ਹੋਈ ਹੈ ਜੀ। ਕਿਰਪਾ ਕਰਕੇ ਭੁੱਲਾ ਚੁੱਕਾ ਖਿਮਾ ਕਰਨੀ ਆ, ਅੱਗੇ ਤੋਂ ਸਮਤ ਬਖਸ਼ਣੇ। ਸ਼ਬਦ ਕਾਫੀ ਲੰਮੇਰਾ ਹੈ, ਤੋ ਬਾਕੀ ਦਾ ਸ਼ਬਦ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲ ਚੁੱਕ ਖਿਮਾ ਕਰੋ ਕਿ ਤੂੰ ਸਮਤ ਬਖਸ਼ੋ। ਤੰਤ ਮੰਤ ਪਾਖੰਡ ਨ ਜਾਣਾ, ਰਾਮ ਹਿਰਦੈ ਮਨ ਮਾਨਿਆ, ਅੰਜਨ ਨਾਮ ਤਿਸੈ ਤੇ ਸੂਝੈ, ਗੁਰ ਸ਼ਬਦੀ ਸੱਚ ਜਾਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਗਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਗੁਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ, ਅੰਗੀਕਾਰੋ ਕਾਰੇ ਤੇਰਾ ਕਾਰ ਸਭ ਸਵਾਰਨ। ਸਭਨਾ ਗਲਾ ਸਮਰਥ ਸੁਆਮੀ ਸੋ ਕਿਉ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਨ ਕਾ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ